ਪਿਆਰੇ ਵਿਦਿਆਰਥੀਓ, ਸਾਹਿਤਕਾਰ ਦੋਸਤੋ ਅਤੇ ਪੰਜਾਬੀ ਦੇ ਅਧਿਐਨ ਅਧਿਆਪਨ ਤੇ ਖੋਜ ਨਾਲ ਜੁੜੇ ਹੋਏ ਮਿੱਤਰੋ। ਅੱਜ ਅਸੀਂ ਗੱਲ ਕਰਨੀ ਹੈ ਇਸ ਲੈਕਚਰ ਦੇ ਵਿੱਚ ਸਿਗਮੰਡ ਫਰਾਇਡ ਦੇ ਸਿਧਾਂਤ ਦੇ ਬਾਰੇ, ਖਾਸ ਕਰਕੇ ਉਸ ਲੇਖ ਬਾਰੇ ਜਿਹੜਾ ਉਸਨੇ ਕ੍ਰੀਏਟਿਵ ਰਾਈਟਰਸ ਐਂਡ ਡੇ ਡਰੀਮਰਸ ਦੇ ਨਾਮ ਦੇ ਉੱਪਰ ਲਿਖਿਆ। ਉਸਨੇ ਬੁਨਿਆਦੀ ਤੌਰ 'ਤੇ ਲੇਖਕ ਦੀ ਜਿਹੜੀ ਮਾਨਸਿਕਤਾ ਜਾਂ ਲੇਖਕ ਦਾ ਮਨੋਵਿਗਿਆਨ ਉਸ ਨੂੰ ਸਮਝਣ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ। ਪਰ ਇਸ ਤੋਂ ਪਹਿਲਾਂ ਕਿ ਅਸੀਂ ਫਰਾਇਡ ਦੇ ਇਸ ਲੇਖ ਬਾਰੇ ਗੱਲ ਸ਼ੁਰੂ ਕਰੀਏ ਅਤੇ ਫਰਾਇਡ ਦੇ ਜੀਵਨ ਬਾਰੇ ਅਤੇ ਉਸ ਦੇ ਸਿਧਾਂਤਾਂ ਦੇ ਪਿਛੋਕੜ ਬਾਰੇ ਥੋੜ੍ਹਾ ਜਿਹਾ ਜਾਣ ਲੈਣਾ ਬੇਲੋੜਾ ਨਹੀਂ ਹੋਊਗਾ। ਫਰਾਇਡ ਜਿਹੜਾ ਹੈਗਾ ਉਹ ਆਸਟਰੀਅਨ ਸੀ। ਆਸਟਰੀਆ ਦੇ ਵਿੱਚ ਉਸ ਦਾ ਜਨਮ ਹੋਇਆ 1856 ਦੀ 6 ਮਈ ਨੂੰ ਉਹ ਜਨਮਿਆ ਸੀ ਅਤੇ ਉਸ ਦਾ ਜਿਹੜਾ ਜੀਵਨ ਕਾਲ ਹੈ ਜਾਂ ਉਹਦਾ ਜੀਵਨ ਹੈ ਜ਼ਿਆਦਾਤਰ ਉਹ ਆਸਟਰੀਆ ਦੇ ਵਿੱਚ ਹੀ ਬੀਤਿਆ, ਜਦੋਂ ਤੱਕ ਉਸ ਨੂੰ ਉੱਥੋਂ ਨਾਜ਼ੀਵਾਦ ਦੇ ਚੜਾਓ ਦੇ ਸਮੇਂ 1938 ਦੇ ਵਿੱਚ ਭਗੌੜਾ ਨਹੀਂ ਹੋਣਾ ਪਿਆ ਅਤੇ ਉੱਥੋਂ ਫਿਰ ਉਹ ਕਈ ਦੇਸ਼ਾਂ ਦੇ ਵਿੱਚੋਂ ਦੀ ਘੁੰਮਦਾ ਘੁਮਾਉਂਦਾ ਇੰਗਲੈਂਡ ਪਹੁੰਚਿਆ ਅਤੇ ਉੱਥੇ ਹੀ ਇੰਗਲੈਂਡ ਦੇ ਵਿੱਚ ਉਸ ਦੀ 23 ਸਤੰਬਰ ਨੂੰ ਮੌਤ ਹੋਈ। ਇੱਕ ਤਰ੍ਹਾਂ ਨਾਲ ਉਹ ਇੱਕ ਸ਼ਰਨਾਰਥੀ ਦੇ ਤੌਰ 'ਤੇ ਇੰਗਲੈਂਡ ਦੇ ਵਿੱਚ ਜਾ ਕੇ ਮਰਿਆ। ਇਹ ਜਿਹੜਾ ਸਾਰਾ ਪੀਰੀਅਡ ਹੈ ਜਿਸ ਦੇ ਵਿੱਚ ਫਰਾਇਡ ਹੋਇਆ ਦੁਨੀਆ ਦੇ ਚਿੰਤਨ ਦੇ ਵਿੱਚ, ਇਸੇ ਸਮੇਂ ਸਾਸਿਊਰ ਹੋਇਆ 1 ਸਾਲ ਦੇ ਵਕਫੇ ਦੇ ਨਾਲ, ਅਤੇ ਇਸੇ ਸਮੇਂ ਹੀ ਜਿਹੜਾ ਦੁਰਖੀਮ ਜਿਹੜਾ ਸੋਸ਼ੀਓਲੋਜੀ ਦੇ ਵਿੱਚ ਕੰਮ ਕਰਨ ਵਾਲਾ ਵਿਦਵਾਨ ਹੈ ਉਹ ਹੋਇਆ। ਇਹ ਦੋਵੇਂ ਤਿੰਨੇ ਜਾਣੇ 1-1 ਸਾਲ ਦੇ ਵਕਫੇ ਦੇ ਨਾਲ ਹੋਏ। ਤਾਂ ਇਹਨਾਂ ਤਿੰਨਾਂ ਨੇ ਹੀ ਆਪੋ ਆਪਣੇ ਤਰੀਕੇ ਨਾਲ ਉਹਨਾਂ ਗਿਆਨ ਸ਼ਾਸਤਰਾਂ ਦੇ ਸਮੁੱਚੇ ਪੈਰਾਡਾਈਮ ਨੂੰ ਬਦਲਿਆ ਜਿਨ੍ਹਾਂ ਗਿਆਨ ਸ਼ਾਸਤਰਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਸਾਸਿਊਰ ਨੇ ਨਾ ਕੇਵਲ ਭਾਸ਼ਾ ਵਿਗਿਆਨ ਦੇ ਸਮੁੱਚੇ ਪ੍ਰਬੰਧ ਨੂੰ ਬਦਲ ਦਿੱਤਾ, ਅਤੇ ਇਸੇ ਤਰ੍ਹਾਂ ਨਾਲ ਦੁਰਖੀਮ ਨੇ ਸਮਾਜ ਵਿਗਿਆਨ ਨੂੰ ਪੜ੍ਹਨ ਦਾ ਜਿਹੜਾ ਤਰੀਕਾ ਜਾਂ ਸਮਾਜ ਨੂੰ ਸਮਝਣ ਦਾ ਤਰੀਕਾ ਉਸ ਦੇ ਵਿੱਚ ਬੁਨਿਆਦੀ ਤਬਦੀਲੀਆਂ ਲਿਆਂਦੀਆਂ। ਤਾਂ ਫਰਾਇਡ ਨੇ ਵੀ ਮਾਨਸਿਕਤਾ ਨੂੰ ਸਮਝਣ ਦੇ ਮਾਮਲੇ ਦੇ ਵਿੱਚ ਅਤੇ ਮਾਨਸਿਕਤਾ ਨੂੰ ਦਰੁਸਤ ਕਰਨ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਹੀ ਅਮੁੱਲਾ ਯੋਗਦਾਨ ਪਾਇਆ। ਫਰਾਇਡ ਦੀ ਜਿਹੜੀ ਸਾਈਕੋਲੋਜੀ ਆ ਉਹਨੂੰ ਅਸੀਂ ਸਾਈਕੋ ਐਨਾਲਿਸਿਸ ਦੇ ਨਾਮ ਨਾਲ ਜਾਣਦੇ ਹਾਂ, ਅਤੇ ਇਸ ਦਾ ਇਹ ਨਾਮ ਇਸ ਕਰਕੇ ਪੈਂਦਾ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਵਿਹਾਰਕ ਤੌਰ 'ਤੇ ਜਿਹੜਾ ਮਨੋਰੋਗੀ ਆ ਉਸ ਨੂੰ ਠੀਕ ਕਰਨ ਦੇ ਵਾਸਤੇ ਜਿਹੜੇ ਯਤਨ ਕੀਤੇ ਜਾਂਦੇ ਨੇ, ਉਸ ਕਰਕੇ ਇਸ ਦਾ ਨਾਮ ਸਾਈਕੋ ਐਨਾਲਿਸਿਸ ਪਿਆ। ਇਹ ਇੱਕ ਤਰ੍ਹਾਂ ਨਾਲ ਕਿਰਿਆ ਵੱਲ ਨੂੰ ਵੀ ਇਸ਼ਾਰਾ ਕਰਦਾ, ਸਿਰਫ ਸਮਝਣ ਦੀ ਚੀਜ਼ ਨਹੀਂ ਹੈ, ਸਗੋਂ ਕਿਰਿਆਤਮਕ ਰੂਪ ਦੇ ਵਿੱਚ ਕਿਸੇ ਮਨੋਰੋਗੀ ਨੂੰ ਜਾਂ ਮਾਨਸਿਕ ਤੌਰ 'ਤੇ ਵਿਅਕਤੀ ਨੂੰ ਠੀਕ ਕਰਨ ਦਾ ਤਰੀਕਾ ਵੀ ਇਹਦੇ ਵਿੱਚ ਉਸਨੇ ਸੁਝਾਇਆ। ਅਤੇ ਉਸਨੇ ਇਸ ਦੇ ਵਿੱਚ ਫਰੀ ਐਸੋਸੀਏਸ਼ਨ ਦਾ ਸੰਕਲਪ ਦਿੱਤਾ ਅਤੇ ਟਰਾਂਸਫਰੈਂਸ ਦਾ ਜਿਹੜਾ ਮੈਥਡ ਹੈ ਉਸ ਨੂੰ ਦੱਸਿਆ, ਜਿਸ ਤਰ੍ਹਾਂ ਹੀ ਕਿਸੇ ਵੀ ਰੋਗੀ ਦੀ ਜਿਹੜੀ ਅੰਦਰਲੀ ਉਹਦੀ ਗੁੰਝਲ ਹੈ ਉਸ ਨੂੰ ਸਮਝਿਆ ਜਾ ਸਕਦਾ ਹੈ ਅਤੇ ਉਸ ਗੁੰਝਲ ਨੂੰ ਠੀਕ ਕਰਨ ਦੇ ਵਾਸਤੇ ਉਸ ਨੂੰ ਸੁਝਾਅ ਦਿੱਤੇ ਜਾ ਸਕਦੇ ਨੇ। ਜਿਹੜਾ ਫਰਾਇਡ ਦਾ ਮੁੱਖ ਸੰਕਲਪ ਆ ਉਸ ਨੂੰ ਅਸੀਂ ਕਾਮੁਕਤਾ ਦੇ ਨਾਲ, ਸੈਕਸ਼ੁਅਲਿਟੀ ਦੇ ਨਾਲ ਖਾਸ ਕਰਕੇ ਜੋੜ ਕੇ ਦੇਖਦੇ ਹਾਂ। ਅਤੇ ਕਾਮੁਕਤਾ ਨੂੰ ਉਸ ਨੇ ਮਹਿਜ ਬਾਲਗ ਬੰਦੇ ਦੀ ਜਿਹੜੀ ਜਿਹਨੂੰ ਅਸੀਂ ਹੈਟਰੋਸੈਕਸ਼ੁਅਲ ਸਰਗਰਮੀ ਕਹਿੰਦੇ ਹਾਂ, ਸਿਰਫ ਉਸ ਤੱਕ ਸੀਮਿਤ ਨਹੀਂ ਕੀਤਾ, ਸਗੋਂ ਉਸਨੇ ਉਸ ਨੂੰ ਬਾਲਪਨ ਤੋਂ ਲੈ ਕੇ ਮਨੁੱਖ ਦੀਆਂ ਜਿੰਨੀਆਂ ਵੀ ਕਿਰਿਆਵਾਂ ਨੇ ਉਸ ਦੇ ਨਾਲ, ਆਨੰਦ ਦੀਆਂ ਖਾਸ ਕਰਕੇ ਕਿਰਿਆਵਾਂ ਨੇ, ਉਸ ਦੇ ਨਾਲ ਫਰਾਇਡ ਨੇ ਜਿਹੜਾ ਹੈਗਾ ਉਸ ਨੂੰ ਸਾਈਕੋ ਐਨਾਲਿਸਿਸ ਨੂੰ ਜੋੜਿਆ, ਕਾਮੁਕਤਾ ਨੂੰ ਜੋੜਿਆ। ਕਾਮੁਕਤਾ ਉਸ ਦੇ ਵਾਸਤੇ ਬਾਲਪਨ ਤੋਂ ਸ਼ੁਰੂ ਹੁੰਦੀ ਹੈ ਅਤੇ ਕਾਮੁਕਤਾ ਦਾ ਜਿਹੜਾ ਪ੍ਰਗਟਾਵਾ ਹੈਗਾ ਉਹ ਉਸ ਦੇ ਬਹੁਤ ਸਾਰੇ ਕਾਰਜਾਂ ਦੇ ਵਿੱਚ ਹੁੰਦਾ ਰਹਿੰਦਾ, ਲੁਕਵੇਂ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ ਹੁੰਦਾ ਰਹਿੰਦਾ। ਕਾਮੁਕਤਾ ਦਾ ਮਤਲਬ ਸਿਰਫ ਕਾਮੁਕ ਸਰਗਰਮੀ ਨਹੀਂ ਹੈ ਉਹਦੇ ਵਾਸਤੇ। ਕਾਮੁਕਤਾ ਦੇ ਉਸ ਦੇ ਸਿਧਾਂਤ ਦੇ ਪਿਛੋਕੜ ਦੇ ਵਿੱਚ ਜਿਹੜਾ ਜੀਵਨ ਦਾ ਮੂਲ ਆਨੰਦ ਸਿਧਾਂਤ ਹੈ ਉਸ ਦੀ ਉਹ ਗੱਲ ਕਰਦਾ, ਲਿਬਡੋ ਨਾਲ ਜੋੜ ਕੇ ਆਪਣਾ ਸਿਧਾਂਤ ਵਿਕਸਿਤ ਕਰਦਾ। ਅਤੇ ਲਿਬਡੋ ਦਾ ਜਿਹੜਾ ਦਮਨ ਹੈ, ਜਿਹੜੀ ਬੰਦੇ ਦੀ ਜਿਉਣ ਦੀ ਤਮੰਨਾ ਹੈਗੀ ਆ, ਉਸ ਦਾ ਕਾਮੁਕਤਾ ਨਾਲ ਸੰਬੰਧ, ਅਤੇ ਉਸ ਕਾਮੁਕਤਾ ਦਾ ਦਮਨ ਜਿਹੜਾ ਵਿਅਕਤੀ ਦੀ ਮਾਨਸਿਕਤਾ ਦੇ ਵਿੱਚ ਵਿਗਾੜਾਂ ਨੂੰ ਵੀ ਪੇਸ਼ ਕਰਦਾ ਅਤੇ ਉਸ ਦੀ ਮਾਨਸਿਕਤਾ ਨੂੰ ਖਾਸ ਤਰ੍ਹਾਂ ਦੀ ਬਣਤਰ ਵੀ ਪ੍ਰਦਾਨ ਕਰਦਾ। ਫਰਾਇਡ ਦੇ ਚਿੰਤਨ ਨੂੰ ਅੱਗੇ ਜਿਨ੍ਹਾਂ ਨੇ ਤੋਰਿਆ ਉਹਨਾਂ 'ਚੋਂ ਜੁੰਗ ਦਾ, ਐਡਲਰ ਦਾ ਨਾਮ ਅਸੀਂ ਲੈਂਦੇ ਹਾਂ ਅਤੇ ਨਾਲ ਹੀ ਲਾਕਾਂ ਦਾ ਨਾਮ ਵੀ ਲਿਆ ਜਾਂਦਾ। ਅਤੇ ਇਸ ਦੇ ਚਿੰਤਨ ਨੂੰ ਇਸ ਦੇ ਸਾਥੀਆਂ ਨੇ ਅਤੇ ਬਾਅਦ ਵਾਲਿਆਂ ਨੇ ਆਲੋਚਨਾਤਮਕ ਤਰੀਕੇ ਨਾਲ ਵੀ ਲਿਆ। ਵਿਸ਼ੇਸ਼ ਕਰਕੇ ਜਦੋਂ ਫਿਰ ਫੈਮਿਨਿਜ਼ਮ ਦਾ ਦੌਰ ਆਇਆ ਤਾਂ ਫੈਮਿਨਿਜ਼ਮ ਨੇ ਸਭ ਤੋਂ ਪਹਿਲਾਂ, ਫੈਮਿਨਿਸਟਾਂ ਨੇ
ਜਿਸ ਦੇ ਵਿੱਚ ਅਸੀਂ ਸਿਮਨ ਦੀ ਗੱਲ ਕਰਦੇ ਹਾਂ, ਸਿਮਨ ਦੀ ਬੂਆ ਦੀ, ਉਸਨੇ ਵੀ ਫਰਾਇਡ ਦੇ ਮਨੋਵਿਗਿਆਨਕ ਚਿੰਤਨ ਨੂੰ ਇੱਕ ਤਰ੍ਹਾਂ ਨਾਲ ਮਰਦ ਪੱਖੀ ਤੇ ਔਰਤ ਵਿਰੋਧੀ ਚਿੰਤਨ ਦੇ ਰੂਪ ਦੇ ਵਿੱਚ ਉਸ ਦੀ ਵਿਆਖਿਆ ਕੀਤੀ, ਉਸ ਨੂੰ ਸਮਝਿਆ। ਇਸ ਕਰਕੇ ਜਿਹੜੀਆਂ ਗੱਲਾਂ ਹੁਣ ਅਸੀਂ ਇਸ ਲੇਖ ਬਾਰੇ ਵੀ ਕਰਾਂਗੇ, ਉਸ ਨੂੰ ਵੀ ਇਸੇ ਹੀ ਦਿਸ਼ਾ ਦੇ ਵਿੱਚ ਲੈਣ ਦੀ ਜ਼ਰੂਰਤ ਹੈ। ਇਹਨਾਂ ਨੂੰ ਆਲੋਚਨਾਤਮਕ ਤਰੀਕੇ ਨਾਲ ਲੈਣ ਦੀ ਜ਼ਰੂਰਤ ਹੈ। ਮੇਰਾ ਮਕਸਦ ਇੱਥੇ ਸਿਰਫ ਵਿਦਿਆਰਥੀਆਂ ਦੀ ਲੋੜ ਵਾਸਤੇ ਉਸ ਦੇ ਇਸ ਲੇਖ ਨੂੰ ਖੋਲ੍ਹਣਾ ਹੈ, ਇੱਕ ਤਰ੍ਹਾਂ ਨਾਲ ਉਸ ਲੇਖ ਦੇ ਵਿੱਚ ਕੀ ਕੀ ਕਿਹਾ ਗਿਆ, ਇਸ ਬਾਰੇ ਮੁੱਖ ਤੌਰ 'ਤੇ ਗੱਲ ਕਰਨੀ ਹੈ। ਜਿਹੜਾ ਇਹ ਲੇਖ ਹੈ, ਸਭ ਤੋਂ ਪਹਿਲਾਂ ਤਾਂ ਜਿਹੜੀ ਸਾਹਿਤਕ ਕਿਰਤ ਹੈ, ਉਸ ਦੀ ਹੋਂਦ ਵਿਧੀ ਦੀ ਜਿਹੜੀ ਪ੍ਰਕਿਰਿਆ ਹੈ, ਉਸ ਦਾ ਲੇਖਕ ਦੀ ਮਾਨਸਿਕਤਾ ਦੇ ਨਾਲ ਕੀ ਤਾਲੁਕ ਹੈ, ਇਸ ਨੂੰ ਸਮਝਣ ਦਾ ਇੱਕ ਯਤਨ ਹੈ। ਇਸ ਦੇ ਵਿੱਚ ਜਿਹੜਾ ਫਰਾਇਡ ਹੈ, ਉਹ ਇਸ ਦੀ ਤੁਲਨਾ, ਲੇਖਣੀ ਦੀ ਤੁਲਨਾ ਸੁਪਨਿਆਂ ਦੇ ਨਾਲ ਕਰਦਾ ਹੈ। ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਇਹ ਲੇਖ ਹੈ, ਇਹ ਮੂਲ ਰੂਪ ਵਿੱਚ 6 ਦਸੰਬਰ 1907 ਨੂੰ ਇੱਕ ਲੈਕਚਰ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਬਹੁਤ ਹੀ ਥੋੜ੍ਹੇ ਸਰੋਤੇ ਸੀ, 90 ਸਰੋਤੇ ਇਸ ਦੇ ਵਿੱਚ ਸ਼ਾਮਿਲ ਸੀ। ਅਤੇ ਥੋੜ੍ਹੇ ਦਿਨਾਂ ਬਾਅਦ ਇਸ ਦਾ ਜਿਹੜਾ ਸਾਰਾਂਸ਼ ਹੈ, ਇਸ ਦਾ ਛੋਟਾ ਇੱਕ ਤਰ੍ਹਾਂ ਨਾਲ ਸਮਰੀ ਹੈ, ਉਹ ਇੱਕ ਮੈਗਜ਼ੀਨ ਦੇ ਵਿੱਚ ਜਿਹੜੀ ਦੀ ਜ਼ੀਟ ਨਾਮ ਦੀ ਮੈਗਜ਼ੀਨ ਦੇ ਵਿੱਚ ਛਪੀ। ਅਤੇ ਉਸ ਤੋਂ ਬਾਅਦ ਦਾ ਪੂਰਾ ਜਿਹੜਾ ਸੰਸਕਰਣ ਹੈ, ਉਹ 1908 ਦੇ ਵਿੱਚ ਇੱਕ ਸਾਹਿਤਕ ਮੈਗਜ਼ੀਨ ਜਿਹੜਾ ਹੈਗਾ ਬਰਲਿਨ ਲਿਟਰੇਰੀ ਪੀਰੀਓਡੀਕਲ, ਉਸ ਦੇ ਵਿੱਚ ਛਾਇਆ ਹੋਇਆ। ਅਤੇ ਉਸ ਤੋਂ ਬਾਅਦ ਇਹ ਲੇਖ ਦੁਨੀਆ ਦੇ ਆਮ ਲੋਕਾਂ ਦੇ, ਖਾਸ ਕਰਕੇ ਅੰਗਰੇਜ਼ੀ ਦੇ ਰਾਹੀਂ ਜਦੋਂ ਅਨੁਵਾਦ ਹੋ ਕੇ ਪਹੁੰਚਿਆ, ਉਦੋਂ ਸਾਹਮਣੇ ਆਇਆ। 1925 ਦੇ ਵਿੱਚ ਇਸ ਦਾ ਜਿਹੜਾ ਅੰਗਰੇਜ਼ੀ ਤਰਜਮਾ ਹੈਗਾ, ਉਹ ਗ੍ਰੈਂਟ ਡਫ ਨਾਮ ਦੇ ਇੱਕ ਵਿਅਕਤੀ ਨੇ ਕੀਤਾ। ਜਿਹੜਾ ਇਹ ਲੇਖ ਹੈ, ਇਸ ਵਿੱਚ ਫਰਾਇਡ ਦਾ ਮੁੱਢਲਾ ਪ੍ਰਸ਼ਨ ਇਹ ਆ, ਜਿਸ ਪ੍ਰਸ਼ਨ ਨੂੰ ਉਹ ਡੀਲ ਕਰਦਾ, ਕਿ ਸਿਰਜਣਾਤਮਕ ਲੇਖਕ ਆਪਣੀ ਸਮੱਗਰੀ ਕਿੱਥੋਂ ਲੈ ਕੇ ਆਉਂਦੇ ਨੇ ਅਤੇ ਆਪਣੀ ਲਿਖਤ ਦੁਆਰਾ ਸਾਡੀਆਂ ਭਾਵਨਾਵਾਂ ਨੂੰ ਟੁੰਬਦੇ ਕਿਵੇਂ ਨੇ। ਇਹ ਲੇਖ ਲੇਖਕ ਅਤੇ ਉਸ ਦੀ ਰਚਨਾ ਦੇ ਵਿਚਕਾਰ ਸੰਬੰਧਾਂ ਨੂੰ ਜਾਣਨ ਦੇ ਵਿੱਚ ਜਿਹੜੀ ਫਰਾਇਡ ਦੀ ਦਿਲਚਸਪੀ ਹੈ, ਉਸ ਦਾ ਪ੍ਰਮਾਣ ਹੈ। ਇਹ ਇੱਕ ਰਚਨਾਤਮਕ ਲਿਖਤ ਨੂੰ ਬਚਪਨ ਦੀਆਂ ਖੇਡਾਂ ਦੇ ਬਦਲ ਜਾਂ ਉਹਨਾਂ ਦੀ ਨਿਰੰਤਰਤਾ ਦੇ ਵਜੋਂ ਦੇਖਦਾ ਹੈ। ਫਰਾਇਡ ਇਸ ਲੇਖ ਵਿੱਚ ਪਾਠਕ ਦੇ ਮਨੋਵਿਗਿਆਨ ਪ੍ਰਤੀ ਆਪਣੀ ਪਹੁੰਚ ਦੇ ਕੁਝ ਖਾਸ ਪਹਿਲੂ ਵੀ ਪ੍ਰਦਰਸ਼ਿਤ ਕਰਦਾ, ਦਰਸਾਉਂਦਾ ਕਿ ਮੈਨੂੰ ਪਾਠਕ ਜਿਹੜਾ ਹੈਗਾ, ਉਸ ਦਾ ਮਨੋਵਿਗਿਆਨ ਕਿਵੇਂ ਸਮਝ ਆਉਂਦਾ। ਉਹ ਸੁਝਾਅ ਦਿੰਦਾ ਕਿ ਸਾਹਿਤਕ ਰਚਨਾ ਤੋਂ ਹਾਸਲ ਹੋਣ ਵਾਲੀ ਜਿਹੜੀ ਸਤਹੀ ਕਿਸਮ ਦੀ ਖੁਸ਼ੀ ਹੈ, ਉਹ ਰਚਨਾਕਾਰ ਨੂੰ ਵੀ ਹਾਸਲ ਹੁੰਦੀ ਹੈ ਅਤੇ ਪਾਠਕ ਨੂੰ ਵੀ ਹਾਸਲ ਹੁੰਦੀ ਹੈ। ਇਹ ਇੱਕ ਡੂੰਘੀ ਮਾਨਸਿਕ ਪ੍ਰਸੰਨਤਾ ਨੂੰ ਪੈਦਾ ਕਰਦੀ ਹੈ, ਜਿਹੜੀ ਉੱਪਰੋਂ ਸਾਨੂੰ ਸਤਹੀ ਤੌਰ 'ਤੇ ਅਸੀਂ ਕਿਸੇ ਚੀਜ਼ ਨੂੰ ਦੇਖ ਕੇ ਖੁਸ਼ ਹੁੰਦੇ ਹਾਂ। ਤਾਂ ਇਹ ਗੱਲ ਸਿਰਫ ਇੰਨੀ ਸਰਲ ਨਹੀਂ ਹੁੰਦੀ ਕਿ ਸਾਨੂੰ ਉਹ ਚੀਜ਼ ਚੰਗੀ ਲੱਗੀ, ਪਰ ਉਹਦੇ ਅੰਦਰ ਗਹਿਰੀਆਂ ਜਿਹੜੀਆਂ ਇੱਕ ਤਾਂ ਤਸੱਲੀਆਂ ਜਿਹੜੀਆਂ ਹੈਗੀਆਂ ਨੇ, ਉਹ ਵੀ ਮੌਜੂਦ ਹੁੰਦੀਆਂ ਨੇ, ਜਿਨ੍ਹਾਂ ਦੇ ਰਾਹੀਂ ਅਸੀਂ ਉਸ ਰਚਨਾ ਦਾ ਜਿਹੜਾ ਅਸਰ ਹੈ, ਉਹ ਸਮੁੱਚੇ ਤੌਰ 'ਤੇ ਸਾਡੀ ਸ਼ਖਸੀਅਤ ਦੇ ਉੱਪਰ ਪੈਂਦਾ ਹੋਇਆ ਦੇਖ ਸਕਦੇ ਹੋਵਾਂਗੇ। ਉਹ ਦਾ ਸਭ ਤੋਂ ਮੁੱਖ ਅਸਰ ਇਹ ਹੈ ਕਿ ਜਿਹੜੀ ਇਹ ਰਚਨਾ ਹੈਗੀ ਆ, ਇਹ ਲੇਖਕ ਨੂੰ ਅਤੇ ਪਾਠਕ ਨੂੰ, ਦੋਵਾਂ ਨੂੰ ਤਣਾਅ ਤੋਂ ਮੁਕਤ ਕਰਦੀ ਆ। ਅਤੇ ਜਦੋਂ ਅਸੀਂ ਕਿਸੇ ਰਚਨਾ ਨੂੰ ਪੜ੍ਹਦੇ ਹਾਂ, ਤਾਂ ਅਸੀਂ ਇੱਕ ਤਰ੍ਹਾਂ ਨਾਲ ਆਤਮਸਾਤ ਕਰ ਲੈਂਦੇ ਹਾਂ ਉਸ ਦੇ ਰਚਨਾਕਾਰ ਨੂੰ ਆਪਣੇ ਅੰਦਰ, ਅਤੇ ਉਸ ਦੇ ਨਾਲ ਇੱਕਮਿਕਤਾ ਵੀ ਮਹਿਸੂਸ ਕਰਦੇ ਹਾਂ। ਤਾਂ ਰਚਨਾ ਨੂੰ ਪੜ੍ਹਨਾ ਇੱਕ ਤਰ੍ਹਾਂ ਨਾਲ ਰਚਨਾਕਾਰ ਨੂੰ ਜਾਣਨ ਵਰਗਾ ਹੈ। ਇਸ ਗੱਲ ਨੂੰ ਸਮਝਣ ਲਈ ਜਾਂ ਇਹਨਾਂ ਸਵਾਲਾਂ ਦੇ ਉੱਤਰ ਦੇਣ ਲਈ ਕਿ ਲੇਖਕ ਆਪਣੀ ਸਮੱਗਰੀ ਲੈ ਕੇ ਕਿੱਥੋਂ ਆਉਂਦਾ, ਉਹ ਲਿਖਦਾ ਕੀ ਹੈ ਅਤੇ ਸਾਡੀਆਂ ਭਾਵਨਾਵਾਂ ਨੂੰ ਕਿਵੇਂ ਟੁੰਬਦਾ, ਇਸ ਬਾਰੇ ਜਿਹੜਾ ਫਰਾਇਡ ਆ, ਉਹ ਇੱਕ ਇਹੋ ਜਿਹੀ ਐਕਟੀਵਿਟੀ, ਇੱਕ ਇਹੋ ਜਿਹੀ ਸਰਗਰਮੀ ਲੱਭਣ ਦੀ ਕੋਸ਼ਿਸ਼ ਕਰਦਾ ਜਿਹੜੀ ਰਚਨਾਤਮਕ ਲਿਖਤ ਦੇ ਨੇੜੇ ਤੇੜੇ ਹੋਵੇ। ਉਸ ਨੂੰ ਇਹ ਸਰਗਰਮੀ ਜਿਹੜੀ ਹੈਗੀ ਆ, ਉਹ ਬੱਚੇ ਦੀ ਖੇਡ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਜਦੋਂ ਬੱਚਾ ਖੇਡ ਰਿਹਾ ਹੁੰਦਾ ਹੈ, ਤਾਂ ਉਹ ਇੱਕ ਆਪਣੇ ਤਰ੍ਹਾਂ ਦੀ ਕਾਲਪਨਿਕ ਦੁਨੀਆ ਉਸਾਰਦਾ ਅਤੇ ਉਸ ਕਾਲਪਨਿਕ ਦੁਨੀਆ ਨੂੰ, ਜਿਹੜੀਆਂ ਠੋਸ ਦੁਨੀਆ ਦੇ ਤਜਰਬੇ ਨੇ, ਠੋਸ ਹਕੀਕਤਾਂ ਨੇ, ਉਹਨਾਂ ਦੇ ਨਾਲ ਵੀ ਜੋੜ ਕੇ ਦੇਖਦਾ। ਬੱਚਾ ਜਦੋਂ ਖੇਡ ਰਿਹਾ ਹੁੰਦਾ ਤਾਂ ਉਹ ਆਪਣੇ ਸਿਰਜੇ ਸੰਸਾਰ ਦੇ ਵਿੱਚ ਇਕੱਲਾ ਤਾਂ ਭਾਵੇਂ ਨਹੀਂ ਹੁੰਦਾ, ਆਪਣੇ ਵਰਗਿਆਂ ਨਾਲ ਖੇਡਦਾ ਜਾਂ ਉਹ ਇਕੱਲਾ ਖੇਡਦਾ, ਅਤੇ ਆਪਣੀ ਖੇਡ ਨੂੰ ਉਹ ਕਿਸੇ ਤੋਂ ਲੁਕਾ ਛੁਪਾ ਕੇ ਨਹੀਂ ਖੇਡਦਾ। ਅਤੇ ਬੱਚਾ ਆਪਣੇ ਨਾਲਦਿਆਂ ਨਾਲ ਖੇਡਦਿਆਂ ਹੋਇਆਂ ਇਸ ਗੱਲ 'ਤੇ ਸ਼ਰਮਿੰਦਾ ਨਹੀਂ ਹੁੰਦਾ ਕਿ ਉਸ ਨੂੰ ਖੇਡਦੇ ਹੋਏ ਨੂੰ ਦੇਖਿਆ ਜਾ ਰਿਹਾ। ਜਿਸ ਕਿਸਮ ਦੇ ਉਹ ਕੰਮ ਕਰ ਰਿਹਾ ਹੁੰਦਾ, ਜਿਸ ਕਿਸਮ ਦੀਆਂ ਹਰਕਤਾਂ ਉਹ ਖੇਡ ਦੇ ਵਿੱਚ ਕਰ ਰਿਹਾ ਹੁੰਦਾ, ਉਹਨਾਂ ਨੂੰ ਉਹ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦਾ ਜਾਂ ਉਹਨਾਂ ਦੇ ਉੱਪਰ ਸ਼ਰਮਿੰਦਾ ਨਹੀਂ ਹੁੰਦਾ। ਅਤੇ ਜਿਹੜਾ ਇਹ ਬੱਚਾ ਹੈਗਾ, ਇਹ ਆਪਣੇ ਬਿਲਕੁਲ ਹੀ, ਜਿਹਨੂੰ ਅਸੀਂ ਬਾਲ ਕਾਮ ਦੀ ਅਵਸਥਾ ਕਹਿੰਦੇ ਹਾਂ, ਉੱਥੇ ਉਸ ਦਾ ਆਪਣੇ ਤੋਂ ਬਾਅਦ ਜਿਹੜਾ ਆਕਰਸ਼ਣ ਹੁੰਦਾ, ਉਹ ਆਪਣੀ ਮਾਂ ਦੇ ਨਾਲ ਹੁੰਦਾ, ਅਤੇ ਉਹ ਮਾਂ ਦੇ ਸਰੀਰ ਦੇ ਨਾਲ ਖੇਡਦਾ। ਅਤੇ ਖੇਡਦਾ ਇੱਕ ਦਿਨ ਆਉਂਦਾ ਜਦੋਂ ਉਹ ਦੇਖਦਾ ਕਿ ਜਿਹੜਾ ਪਿਤਾ ਹੈਗਾ, ਉਹ ਉਸ ਦੀ ਮਾਂ ਅਤੇ ਉਸ ਦੇ ਦਰਮਿਆਨ ਆ ਰਿਹਾ। ਪਿਤਾ ਕਿਉਂਕਿ ਜਦੋਂ ਆਪਾਂ ਲਾਕਾਂ ਦੇ ਸੰਕਲਪ ਦੇ ਹਵਾਲੇ ਨਾਲ ਸੋਚੀਏ, ਤਾਂ ਇੱਥੇ ਆ ਕੇ ਬੱਚਾ
ਇੱਕ ਤਰ੍ਹਾਂ ਨਾਲ ਆਪਣੇ ਅਕਸ ਨੂੰ ਸਮਝਣ ਦੀ ਆਪਣੇ ਵੱਖਰੇਪਣ ਨੂੰ ਸਮਝਣ ਦੀ ਪ੍ਰਕਿਰਿਆ ਦੇ ਵਿੱਚ ਪੈ ਚੁੱਕਿਆ ਹੁੰਦਾ ਤੇ ਉਦੋਂ ਉਹ ਆਪਣੇ ਆਪ ਨੂੰ ਆਪਣੇ ਪਿਤਾ ਦੇ ਨਾਲ ਇੱਕਮਿਕ ਕਰਦਾ ਤੇ ਉਸ ਪ੍ਰਕਿਰਿਆ ਦੇ ਰਾਹੀਂ ਉਸ ਦਾ ਜਿਹੜਾ ਰਿਸ਼ਤਾ ਹੈਗਾ ਉਹ ਮਾਂ ਨਾਲੋਂ ਟੁੱਟ ਜਾਂਦਾ। ਟੁੱਟਣ ਤੋਂ ਬਾਅਦ ਟੁੱਟਣ ਤੋਂ ਪਹਿਲਾਂ ਉਹ ਮਾਂ ਦੇ ਸਰੀਰ ਦੇ ਨਾਲ ਹੀ ਖੇਡ ਰਿਹਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਉਹ ਆਪਣੀਆਂ ਅਜਿਹੀਆਂ ਖੇਡਾਂ ਬਣਾ ਲੈਂਦਾ ਜਿਸ ਦੇ ਵਿੱਚ ਉਹ ਇਸ ਕਿਸਮ ਦੀ ਇੱਕਮਿਕਤਾ ਨੂੰ ਮੁੜ ਤੋਂ ਮਹਿਸੂਸ ਕਰਦਾ ਤੇ ਕਿਉਂਕਿ ਜਿਹੜੀ ਉਹਦੀ ਖੇਡ ਆਪਣੇ ਮਾਂ ਦੇ ਸਰੀਰ ਨਾਲ ਉਸਦੀ ਇੱਕਮਿਕਤਾ ਦੇ ਵਿੱਚ ਹੁੰਦੀ ਹੈ, ਉਸ ਨੂੰ ਖੇਡਣ ਦੀ ਚਾਹਤ ਉਸ ਦੇ ਮਨ ਦੇ ਵਿੱਚ ਹਮੇਸ਼ਾ ਹੀ ਰਹਿੰਦੀ ਆ ਤੇ ਇਸ ਚਾਹਤ ਦੇ ਵਿੱਚੋਂ ਸਿਰਫ ਉਹ ਉਦੋਂ ਹੀ ਨਿਕਲ ਪਾਉਂਦਾ ਜਦੋਂ ਉਹ ਖੇਡ ਰਿਹਾ ਹੁੰਦਾ ਤੇ ਉਸ ਸਮੇਂ ਉਹ ਆਪਣੀਆਂ ਕਲਪਨਾਵਾਂ ਨੂੰ, ਆਪਣੀਆਂ ਚਾਹਤਾਂ ਨੂੰ ਖੇਡ ਦੇ ਵਿੱਚ ਡੁਬੋ ਦਿੰਦਾ। ਫਰਾਇਡ ਦਾ ਮੰਨਣਾ ਕਿ ਅਸੀਂ ਸਾਰੀ ਉਮਰ ਤਾਂ ਹੁਣ ਖੇਡਦੇ ਨਹੀਂ ਰਹਿ ਸਕਦੇ, ਪਰ ਖੇਡਣ ਦੀ ਚਾਹਤ ਸਾਰੀ ਉਮਰ ਸਾਡਾ ਪਿੱਛਾ ਨਹੀਂ ਛੱਡਦੀ। ਫਰਾਇਡ ਦਾ ਮੰਨਣਾ ਕਿ ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਅਸੀਂ ਖੇਡਣਾ ਬੰਦ ਕਰ ਦਿੰਦੇ ਹਾਂ ਤੇ ਇਸ ਤਰ੍ਹਾਂ ਸਾਨੂੰ ਜਿਹੜੀ ਇੱਕ ਖੁਸ਼ੀ ਛੱਡਣੀ ਪੈਂਦੀ ਹੈ, ਜਿਹੜੀ ਕਿ ਇੱਕ ਤਰ੍ਹਾਂ ਨਾਲ ਦਰਦਨਾਕ ਵੀ ਹੁੰਦੀ ਹੈ ਕਿ ਉਸ ਖੁਸ਼ੀ ਨੂੰ ਇੱਕ ਤਰ੍ਹਾਂ ਨਾਲ ਉਹਦਾ ਆਨੰਦ ਮਾਣਨਾ ਤੁਹਾਨੂੰ ਬੰਦ ਕਰਨਾ ਪੈਂਦਾ। ਫਰਾਇਡ ਦਾ ਕਹਿਣਾ ਇਹ ਹੈ ਕਿ ਜਦੋਂ ਅਸੀਂ ਇੱਕ ਵਾਰ ਇੱਕ ਖਾਸ ਤਰ੍ਹਾਂ ਦੀ ਕਿਰਿਆ ਦਾ ਆਨੰਦ ਲੈਣਾ ਸ਼ੁਰੂ ਕਰ ਲਈਏ ਤਾਂ ਉਸ ਤੋਂ ਬਾਅਦ ਇਸ ਕਿਰਿਆ ਦੇ ਆਨੰਦ ਤੋਂ ਸਦਾ ਲਈ ਮੁਕਤ ਹੋਣਾ ਬਹੁਤ ਮੁਸ਼ਕਿਲ ਹੈ। ਤੇ ਇਨਸਾਨ ਕੀ ਕਰਦਾ ਫਿਰ ਜਦੋਂ ਉਹ ਬਾਲਗ ਹੋ ਜਾਂਦਾ, ਬਾਲਗ ਹੋ ਕੇ ਭਾਵੇਂ ਹੁਣ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਬਾਲਗ ਨੇ ਉਹ ਵੀ ਆਪਣੇ ਤਰੀਕੇ ਦੀਆਂ ਖੇਡਾਂ ਖੇਡਦੇ ਨੇ। ਜਦੋਂ ਖੇਡਾਂ ਖੇਡਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਬੱਚੇ ਦੀ ਖੇਡ ਵਾਲੀ ਉਹੀ ਪ੍ਰਕਿਰਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹਿੰਦੀ ਹੈ ਤੇ ਜਦੋਂ ਅਸੀਂ ਇਹ ਖੇਡਣੀਆਂ ਬੰਦ ਕਰ ਦਿੰਦੇ ਹਾਂ ਤਾਂ ਉਸ ਸਮੇਂ ਇੱਕ ਫੈਂਟਸੀ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੁੰਦਾ, ਜਿਹਨੂੰ ਅਸੀਂ ਦਿਨੇ ਸੁਪਨੇ ਦੇਖਣ ਵਰਗੀ ਸਥਿਤੀ ਹੈ। ਅਸੀਂ ਫੈਂਟਸਾਈਜ਼ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੂੰ। ਨੌਜਵਾਨ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ, ਆਪਣੇ ਨਾਲ ਦੀਆਂ ਕੁੜੀਆਂ, ਉਹਨਾਂ ਨੂੰ ਆਪਣੇ ਨਾਲ ਫੈਂਟਸਾਈਜ਼ ਕਰਦੇ ਨੇ, ਉਹਨਾਂ ਨੂੰ ਆਪਣੇ ਨਾਲ ਇੱਕ ਤਰ੍ਹਾਂ ਨਾਲ ਮਹਿਸੂਸਦੇ ਨੇ, ਉਹਨਾਂ ਨੂੰ ਆਪਣੀ ਕਲਪਨਾ ਦੇ ਵਿੱਚ ਛੂੰਹਦੇ ਨੇ ਤੇ ਉਹਨਾਂ ਦੁਆਰਾ ਜਿਹੜੀ ਆਪਣੇ ਜਿਹਨਾਂ ਤੋਂ ਚਾਹੁੰਦੇ ਨੇ ਕਿ ਸਾਨੂੰ ਪਿਆਰ ਕਰਨ, ਉਸ ਤਰ੍ਹਾਂ ਦਾ ਪਿਆਰ ਉਹ ਕਲਪਨਾ ਦੇ ਵਿੱਚ ਮਹਿਸੂਸਣਾ ਸ਼ੁਰੂ ਕਰ ਦਿੰਦੇ ਨੇ। ਪਰ ਜਿਹੜੀ ਇਹ ਸਥਿਤੀ ਹੁੰਦੀ ਹੈ ਇਹ ਕੋਈ ਨਸ਼ਰ ਕਰਨ ਵਾਲੀ ਸਥਿਤੀ ਨਹੀਂ ਹੁੰਦੀ। ਇਸ ਦੇ ਵਿੱਚ ਜਿਹੜਾ ਵਿਅਕਤੀ ਹੈ ਉਹ ਡਰਦਾ ਹੈ, ਸ਼ਰਮਿੰਦਾ ਹੁੰਦਾ ਹੈ ਆਪਣੇ ਆਪ ਤੋਂ ਤੇ ਬਾਲਗ ਜਿਹੜਾ ਹੈਗਾ ਉਹ ਬੱਚੇ ਦੀ ਤੁਲਨਾ ਦੇ ਵਿੱਚ ਇਸ ਗੱਲੋਂ ਵੱਖਰਾ ਹੋ ਜਾਂਦਾ ਕਿ ਬੱਚਾ ਆਪਣੀ ਖੇਡ ਦੇ ਵਿੱਚ ਸ਼ਰਮਿੰਦਾ ਨਹੀਂ ਹੁੰਦਾ, ਉਹ ਆਪਣੀ ਗੱਲ ਲੁਕਾਉਂਦਾ ਨਹੀਂ, ਪਰ ਬਾਲਗ ਜਿਹੜੀ ਖੇਡ ਰਿਹਾ ਹੁੰਦਾ ਕਲਪਨਾ ਹੀ ਕਲਪਨਾ ਦੇ ਵਿੱਚ, ਉਸ ਨੂੰ ਹਰੇਕ ਤੋਂ ਲੁਕਾਉਣਾ ਚਾਹੁੰਦਾ। ਮਨੁੱਖ ਦੀਆਂ ਅਣਗਿਣਤ ਖਾਹਿਸ਼ਾਂ ਨੇ, ਚਾਹਤਾਂ ਨੇ। ਇਸ ਨੂੰ ਮੈਂ ਇੱਥੇ ਇੱਛਾਵਾਂ ਤੇ ਖਾਹਿਸ਼ਾਂ ਕਹੂੰਗਾ। ਇੱਛਾਵਾਂ ਤੋਂ ਭਾਵ ਵਿਸ਼ੇਜ਼ ਹੈ ਤੇ ਖਾਹਿਸ਼ਾਂ ਤੋਂ ਭਾਵ ਡਿਜ਼ਾਇਰਸ ਹੈ। ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹ ਇੱਛਾਵਾਂ ਨੇ ਸਾਡੀਆਂ, ਜੋ ਕਿ ਇੱਕ ਪੱਧਰ ਤੇ ਸੰਭਵ ਵੀ ਹੁੰਦੀਆਂ ਨੇ, ਪਰ ਜਿਹੜੀਆਂ ਖਾਹਿਸ਼ਾਂ ਹੁੰਦੀਆਂ ਨੇ ਉਹ ਬੇਅੰਤ ਕਿਸਮ ਦੀਆਂ ਹੁੰਦੀਆਂ ਨੇ। ਤੇ ਜਿਹੜੀਆਂ ਖਾਹਿਸ਼ਾਂ ਨੇ ਇਹ ਸਮਾਜਿਕ ਬੰਧੇਜਾਂ ਤੇ ਨੈਤਿਕਤਾ ਤੇ ਹੋਰ ਤਮਾਮ ਕਿਸਮ ਦੀਆਂ ਪਾਬੰਦੀਆਂ ਦੇ ਅਧੀਨ ਹੁੰਦੀਆਂ ਨੇ ਤੇ ਇਹਨਾਂ ਨੂੰ ਖੁੱਲ੍ਹ ਕੇ ਅਸੀਂ ਪ੍ਰਗਟ ਨਹੀਂ ਕਰ ਸਕਦੇ। ਸਾਰੀਆਂ ਖਾਹਿਸ਼ਾਂ ਅਸੀਂ ਨਾ ਪ੍ਰਗਟ ਕਰ ਸਕਦੇ ਹਾਂ, ਉਹਨਾਂ ਦਾ ਪੂਰੀਆਂ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੀਆਂ ਜਿਹੜੀਆਂ ਇੱਛਾਵਾਂ ਤੇ ਖਾਹਿਸ਼ਾਂ ਨੇ ਇਸ ਗੱਲ ਕਰਕੇ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ, ਉਹ ਸਾਡੇ ਅਚੇਤ ਮਨ ਦੇ ਵਿੱਚ ਦੱਬੀਆਂ ਜਾਂਦੀਆਂ ਨੇ ਤੇ ਇਹਨਾਂ ਇੱਛਾਵਾਂ ਤੇ ਖਾਹਿਸ਼ਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਾਹਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਨਾਲ ਦੀ ਨਾਲ ਜਾਰੀ ਰਹਿੰਦੀ ਆ ਤੇ ਇਹ ਇੱਕ ਤਰ੍ਹਾਂ ਦਾ ਕਸ਼ਮਕਸ਼ ਰਹਿੰਦੀ ਹੈ। ਖਾਹਿਸ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਣਾ ਇੱਕ ਵਜੂਦ ਹੈ, ਉਹ ਪ੍ਰਗਟ ਨਹੀਂ ਹੋ ਸਕਦੀਆਂ, ਉਹ ਪੂਰੀਆਂ ਨਹੀਂ ਹੋ ਸਕਦੀਆਂ, ਪਰ ਉਹ ਖਤਮ ਵੀ ਨਹੀਂ ਹੁੰਦੀਆਂ। ਉਹ ਸਾਡੇ ਅਚੇਤ ਮਨ ਦੇ ਵਿੱਚ ਜਾ ਕੇ ਸਥਾਨ ਆਪਣਾ ਲੈ ਲੈਂਦੀਆਂ ਨੇ ਤੇ ਇਹ ਕਿਤੇ ਇਹ ਖਾਹਿਸ਼ਾਂ ਜਿਹੜੀਆਂ ਹੈਗੀਆਂ ਨੇ ਇਹ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਫਰਾਇਡ ਕਹਿੰਦਾ ਇਹਨਾਂ ਖਾਹਿਸ਼ਾਂ ਦੇ ਜ਼ਾਹਰ ਹੋਣ ਦੇ 3 ਤਰੀਕੇ ਨੇ। ਇੱਕ ਤਾਂ ਖੁਦ ਕਾਮੁਕਤਾ ਦੀ ਜਿਹੜੀ ਕਿਰਿਆ ਹੈਗੀ ਆ ਉਹ ਇਹਨਾਂ ਖਾਹਿਸ਼ਾਂ ਦੇ ਇੱਕ ਤਰ੍ਹਾਂ ਨਾਲ ਪ੍ਰਗਟ ਹੋਣ ਦੀ, ਜ਼ਾਹਿਰ ਹੋਣ ਦੀ ਕਿਰਿਆ ਹੈ। ਦੂਸਰਾ ਹੈਗਾ ਜਿਸ ਨੂੰ ਉਹ ਸਲਿਪ ਆਫ ਟੰਗ ਕਹਿੰਦਾ, ਜਿਸ ਨੂੰ ਮੈਂ ਪੰਜਾਬੀ ਦੇ ਵਿੱਚ ਕਹਿੰਦਾ ਅਨੋਬੜ ਹੀ ਸਾਡੇ ਤੋਂ ਕੁਝ ਕਿਹਾ ਜਾਂਦਾ। ਅਸੀਂ ਉਹ ਕਹਿਣਾ ਨਹੀਂ ਚਾਹੁੰਦੇ ਹੁੰਦੇ ਪਰ ਸਾਡੇ ਮੂੰਹੋਂ ਨਿਕਲ ਜਾਂਦਾ, ਉਸ ਨੂੰ ਅਸੀਂ ਸਲਿਪ ਆਫ ਟੰਗ ਸਮਝ ਸਕਦੇ ਹਾਂ। ਤੇ ਇਸੇ ਤਰ੍ਹਾਂ ਨਾਲ ਜਿਹੜੀ ਲਿਟਰੇਰੀ ਰਾਈਟਿੰਗ ਆ, ਸਾਹਿਤਕ ਰਚਨਾ, ਉਹ ਵੀ ਇਸੇ ਕਿਸਮ ਦੀ ਕਿਰਿਆ ਮੰਨਦਾ ਫਰਾਇਡ ਕਿ ਇਹ ਵੀ ਸਾਡੀਆਂ ਖਾਹਿਸ਼ਾਂ ਨੂੰ ਪ੍ਰਗਟ ਕਰਨ ਤੇ ਪੂਰੇ ਕਰਨ ਦੀ ਕਿਰਿਆ ਦਾ ਇੱਕ ਰੂਪ ਹੀ ਹੈ। ਇਸ ਦੀ ਹੋਰ ਵਿਆਖਿਆ ਕਰਨ ਲਈ ਜਿਹੜਾ ਫਰਾਇਡ ਹੈ ਉਹ ਫੈਂਟਸੀ ਬਣਾਉਣ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਦਰਸਾਉਂਦਾ। ਉਹ ਕਹਿੰਦਾ ਕਿ ਫੈਂਟਸੀ ਜਿਹੜੀ ਹੈਗੀ ਆ ਉਸ ਦਾ ਸਰੋਤ ਮੂਲ ਇੱਛਾਵਾਂ ਨੇ। ਇਹ ਜਿਹੜੀਆਂ ਇੱਛਾਵਾਂ ਨੇ ਇਹ ਫੈਂਟਸੀ ਦੁਆਰਾ ਪੂਰੀਆਂ ਹੁੰਦੀਆਂ ਨੇ। ਫਰਾਇਡ ਦੇ ਅਨੁਸਾਰ ਇੱਛਾਵਾਂ ਜਾਂ ਖਾਹਿਸ਼ਾਂ ਨੂੰ ਵੀ ਅੱਗੇ ਫਿਰ 2 ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਨੂੰ ਉਹ ਐਂਬੀਸ਼ਨਸ ਕਹਿੰਦਾ
ਤੇ ਦੂਸਰੀਆਂ ਨੂੰ ਉਹ ਇੱਕ ਤਰ੍ਹਾਂ ਨਾਲ ਜਿਹੜੀਆਂ ਕਾਮੁਕ ਇੱਛਾਵਾਂ ਨੇ ਉਹ ਕਹਿੰਦਾ। ਐਂਬੀਸ਼ਨ ਨੂੰ ਅਸੀਂ ਅਭਿਲਾਸ਼ਾਵਾਂ ਕਹਿ ਸਕਦੇ ਹਾਂ, ਕਿ ਜਿਹੜੀਆਂ ਸੈਕਸ਼ੂਅਲ ਇਮੈਜੀਨੇਸ਼ਨਸ ਨੇ ਉਹ ਕਾਮ ਕਲਪਨਾਵਾਂ ਦੇ ਨਾਮ ਦੇ ਉੱਪਰ ਜਾਣੀਆਂ ਜਾਂਦੀਆਂ ਨੇ। ਅਭਿਲਾਸ਼ਾ ਦੇ ਬਾਰੇ, ਐਂਬੀਸ਼ਨ ਬਾਰੇ ਫਰਾਇਡ ਕਹਿੰਦਾ ਕਿ ਜਿਹੜੀ ਅਭਿਲਾਸ਼ਾ ਹੈਗੀ ਹੈ ਜਾਂ ਐਂਬੀਸ਼ਨ ਹੈ, ਇਹ ਮਰਦਾਂ ਦਾ ਖੇਤਰ ਹੈ, ਇਹ ਔਰਤਾਂ ਜਿਹੜੀਆਂ ਦੇ ਵਿੱਚ ਨਹੀਂ ਹੁੰਦਾ। ਤਾਂ ਇਹਦਾ ਮਤਲਬ ਇੱਥੇ ਉਹ ਗੱਲ ਕਰ ਦਿੰਦਾ ਜਿਹੜੀ ਕਿ ਜਿਸ ਨੂੰ ਅੱਗੇ ਜਾ ਕੇ ਫੈਮਿਨਿਸਟ ਰੱਦ ਕਰਦੇ ਨੇ, ਕਿ ਜਿਹੜੀਆਂ ਐਂਬੀਸ਼ਨਸ ਨੇ ਔਰਤਾਂ ਦੇ ਵਿੱਚ ਨਹੀਂ ਹੁੰਦੀਆਂ, ਮਰਦਾਂ ਦੇ ਵਿੱਚ ਹੁੰਦੀਆਂ ਨੇ। ਉਹ ਕਹਿੰਦਾ ਵੀ ਇਹ ਐਂਬੀਸ਼ਨਸ ਦਾ ਕੰਮ ਕਿਸੇ ਬੰਦੇ ਦੀ ਸ਼ਖਸੀਅਤ ਨੂੰ ਉੱਚਾ ਚੱਕਣਾ, ਤੇ ਜਿਹੜੇ ਮਰਦ ਨੇ ਉਹ ਇਹਨਾਂ ਐਂਬੀਸ਼ਨਸ ਨੂੰ, ਅਭਿਲਾਸ਼ਾਵਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਤੇ ਉਹਨਾਂ ਨੂੰ ਜ਼ਿਆਦਾ ਪ੍ਰਣਾਏ ਹੁੰਦੇ ਨੇ। ਜਿਹੜੀਆਂ ਸੈਕਸ਼ੂਅਲ ਇਮੈਜੀਨੇਸ਼ਨਸ ਨੇ, ਕਾਮ ਕਲਪਨਾਵਾਂ ਨੇ ਜਿਹੜੀਆਂ, ਉਹ ਕਹਿੰਦਾ ਇਹ ਮਰਦਾਂ ਤੇ ਔਰਤਾਂ ਦੋਵਾਂ ਦੇ ਵਿੱਚ ਹੁੰਦੀਆਂ ਨੇ, ਪਰ ਔਰਤਾਂ ਜਿਹੜੀਆਂ ਨੇ ਉਹ ਇਹਨਾਂ ਸੈਕਸ਼ੂਅਲ ਇਮੈਜੀਨੇਸ਼ਨਸ ਨੂੰ ਜ਼ਿਆਦਾ ਮਹੱਤਵ ਪ੍ਰਦਾਨ ਕਰਦੀਆਂ ਨੇ। ਸ਼ਾਇਦ ਉਸ ਦਾ ਕਹਿਣਾ ਮੰਨਣਾ ਇਹ ਹੋਊਗਾ ਕਿ ਜਿਹੜਾ ਕਾਮੁਕ ਦਮਨ ਹੁੰਦਾ ਉਹ ਔਰਤਾਂ ਦਾ ਮਰਦਾਂ ਦੀ ਤੁਲਨਾ ਦੇ ਵਿੱਚ ਜ਼ਿਆਦਾ ਹੁੰਦਾ, ਤੇ ਮਰਦ ਜਿਹੜੇ ਹੈਗੇ ਨੇ ਉਹ ਆਪਣੀ ਕਾਮੁਕਤਾ ਨੂੰ ਇਹਨਾਂ ਐਂਬੀਸ਼ਨਸ ਦੇ ਰਸਤੇ ਪਾ ਕੇ ਪੂਰਾ ਕਰਦੇ ਨੇ, ਤੇ ਔਰਤਾਂ ਦੇ ਕੋਲ ਜਿਹੜਾ ਕਾਮੁਕ ਦਮਨ ਹੁੰਦਾ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਜਨਤਕ ਤੌਰ ਤੇ ਇੰਨਾ ਕੁਝ ਕਰਨ ਲਈ ਉਦੋਂ ਨਹੀਂ ਹੁੰਦਾ ਹੋਊਗਾ, ਜਿਸ ਕਰਕੇ ਉਹ ਫਿਰ ਆਪਣੀਆਂ ਜਿਹੜੀਆਂ ਇਹ ਕਾਮੁਕ ਕਲਪਨਾਵਾਂ ਨੇ ਉਹਨਾਂ ਦੇ ਵਿੱਚ ਗਰਸੀਆਂ ਰਹਿੰਦੀਆਂ ਨੇ। ਫਰਾਇਡ ਦਾ ਅੱਗੇ ਕਹਿਣਾ ਕਿ ਕਲਾਕਾਰ ਜਿਹੜਾ ਹੈਗਾ ਉਹ ਆਪਣੇ ਬਚਪਨ ਦੀਆਂ ਦਮਿਤ ਇੱਛਾਵਾਂ ਨੂੰ ਜ਼ਾਹਿਰ ਕਰਨ ਦੇ ਵਾਸਤੇ ਲੇਖਣੀ ਦੀ ਮਦਦ ਲੈਂਦਾ, ਲਿਖਦਾ ਉਹ। ਤੇ ਇਹ ਜਿਹੜੀ ਲੇਖਣੀ ਹੈਗੀ ਆ, ਇਹ ਇੱਕ ਤਰ੍ਹਾਂ ਨਾਲ ਬੱਚੇ ਦੀਆਂ ਖੇਡਾਂ ਵਰਗੀ ਚੀਜ਼ ਹੁੰਦੀ ਆ। ਉਹ ਬਚਪਨ ਦੀਆਂ ਖੇਡਾਂ ਖੇਡਣ ਦੀ ਥਾਂ ਫੈਂਟਸੀਆਂ ਸਿਰਜਦਾ ਅਤੇ ਦਿਨ ਦੀਵੀਂ ਸੁਪਨੇ ਲੈਂਦਾ, ਜਿਹਨੂੰ ਡੇ ਡਰੀਮਿੰਗ ਫਰਾਇਡ ਕਹਿੰਦਾ। ਉਹ ਕਹਿੰਦਾ ਸਾਹਿਤਕ ਰਚਨਾ ਰਾਹੀਂ ਲੇਖਕ ਆਪਣੀਆਂ ਇੱਛਾਵਾਂ ਦਾ ਪ੍ਰਗਟਾਵਾ ਕਰਦਾ, ਉਹ ਆਪਣੇ ਸੁਨਹਿਰੀ ਅਤੀਤ ਨੂੰ ਯਾਦ ਕਰਦਾ ਤੇ ਆਪਣੇ ਭੂਤ ਕਾਲ ਦੇ ਜਿਹੜੇ ਅਨੁਭਵ ਨੇ ਉਹਨਾਂ ਨੂੰ ਵਰਤਮਾਨ ਦੇ ਵਿੱਚ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਉਹ ਅਜਿਹਾ ਕਰ ਨਹੀਂ ਸਕਦਾ, ਕਿਉਂਕਿ ਜੋ ਅਤੀਤ ਵਿੱਚ ਹੋ ਚੁੱਕਿਆ ਹੁੰਦਾ ਉਸ ਨੂੰ ਇੰਨ ਬਿੰਨ ਵਰਤਮਾਨ ਦੇ ਵਿੱਚ ਪ੍ਰਗਟ ਕਰਨਾ, ਜਾਂ ਜੋ ਅਤੀਤ ਵਿੱਚ ਉਹਨੇ ਆਪਣੇ ਸੁਨਹਿਰੀ ਸਮੇਂ ਦੇ ਵਿੱਚ ਮਾਂ ਨਾਲ ਇਕਮਿਕਤਾ ਦੇ ਵਿੱਚ ਤੇ ਆਪਣੀਆਂ ਖੇਡਾਂ ਖੇਡਦਿਆਂ ਹੋਇਆਂ ਜਿਹੜਾ ਆਨੰਦ ਮਾਣਿਆ ਹੁੰਦਾ, ਉਹ ਆਪਣੇ ਵਰਤਮਾਨ ਦੇ ਵਿੱਚ ਉਸ ਨੂੰ ਇੰਨ ਬਿੰਨ ਪ੍ਰਗਟ ਨਹੀਂ ਕਰ ਸਕਦਾ। ਇਸ ਕਰਕੇ ਉਹ ਆਪਣੀਆਂ ਜਿਹੜੀਆਂ ਇਹ ਫੈਂਟਸੀਆਂ ਨੇ ਤੇ ਆਪਣੀਆਂ ਜਿਹੜੀਆਂ ਖਾਹਿਸ਼ਾਂ ਨੇ ਉਹਨਾਂ ਨੂੰ ਕਲਾ ਦੇ ਰੂਪ ਦੇ ਵਿੱਚ ਢਾਲ ਦਿੰਦਾ, ਉਹਨੂੰ ਸਾਹਿਤਕ ਰਚਨਾ ਦੇ ਰੂਪ ਦੇ ਵਿੱਚ ਢਾਲ ਦਿੰਦਾ। ਅੱਗੇ ਉਹ ਕਹਿੰਦਾ ਕਿ ਜਿਹੜੇ ਦਿਨ ਦੀ ਵੀ ਸੁਪਨੇ ਨੇ ਉਹ ਰਾਤ ਦੇ ਸੁਪਨਿਆਂ ਵਾਂਗ ਹੀ ਖਾਹਿਸ਼ਾਂ ਦੀ ਪੂਰਤੀ ਦਾ ਕੰਮ ਕਰਦੇ ਨੇ। ਫਰਕ ਸਿਰਫ ਇਹ ਹੈ ਕਿ ਰਾਤ ਦੇ ਸੁਪਨੇ ਜਿਹੜੇ ਨੇ ਉਹਨਾਂ ਵਿੱਚ ਪ੍ਰਗਟ ਕੀਤੀਆਂ ਗਈਆਂ ਇੱਛਾਵਾਂ ਦਮਿਤ ਖਾਹਿਸ਼ਾਂ ਹੁੰਦੀਆਂ ਨੇ, ਤੇ ਜਿਨ੍ਹਾਂ ਕਰਕੇ ਸਾਨੂੰ ਖੁਦ ਨੂੰ ਵੀ ਸ਼ਰਮ ਆਉਂਦੀ ਹੈ ਜਦੋਂ ਅਸੀਂ ਆਪਣੇ ਉਹਨਾਂ ਸੁਪਨਿਆਂ ਦੇ ਬਾਰੇ ਸੋਚਦੇ ਹਾਂ, ਤੇ ਅਸੀਂ ਇਹਨਾਂ ਸੁਪਨਿਆਂ ਨੂੰ ਆਪਣੇ ਆਪ ਲਈ ਵੀ ਯਾਦ ਨਹੀਂ ਰੱਖਣਾ ਚਾਹੁੰਦੇ ਤੇ ਆਪਣੇ ਆਪ ਤੋਂ ਵੀ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜਿਹੜੇ ਡੇ ਡਰੀਮਿੰਗ ਹੁੰਦੀ ਆ ਜਾਂ ਫੈਂਟਸੀ ਹੁੰਦੀ ਆ, ਉਹ ਤਾਂ ਬੰਦਾ ਆਪ ਸਿਰਜਦਾ, ਅਤੇ ਉਹ ਸੁਚੇਤ ਤਾਂ ਜਾਂ ਅਰਧ ਚੇਤਨ ਹੁੰਦਾ। ਜਦੋਂ ਇਹ ਸਾਰਾ ਕੁਝ ਕਰ ਰਿਹਾ ਹੁੰਦਾ, ਉਹਨਾਂ ਤੋਂ ਖੁਦ ਨਹੀਂ ਸ਼ਰਮਾ ਰਿਹਾ ਹੁੰਦਾ, ਪਰ ਉਹਨਾਂ ਨੂੰ ਕਿਸੇ ਦੇ ਸਾਹਮਣੇ ਪੇਸ਼ ਕਰਨ ਤੋਂ ਡਰਦਾ ਹੁੰਦਾ। ਇਹ ਇੱਕ ਤਰ੍ਹਾਂ ਦੀ ਫੈਂਟਸੀ ਦੀ ਸਥਿਤੀ ਹੈ। ਜਿਹੜੀ ਫੈਂਟਸੀ ਦੀ ਇਹ ਸਥਿਤੀ ਹੈ, ਇਹ ਜਾ ਕੇ ਅੱਗੇ ਬਦਲਦੀ ਹੈ, ਜਾਂ ਦਿਨ ਦੀ ਵੀ ਸੁਪਨੇ ਲੈਣ ਦੀ ਜਿਹੜੀ ਸਥਿਤੀ ਹੈ ਇਹ ਸਾਹਿਤਕ ਰਚਨਾ ਦੇ ਵਿੱਚ ਰੂਪਾਂਤਰਿਤ ਹੁੰਦੀ ਹੈ, ਅਜਿਹਾ ਫਰਾਇਡ ਦਾ ਮੰਨਣਾ। ਇੱਥੇ ਆ ਕੇ ਅੱਗੇ ਗੱਲ ਨੂੰ ਸਮਝਣ ਦੇ ਲਈ ਜਿਹੜਾ ਫਰਾਇਡ ਦਾ ਇੱਦ ਦਾ ਸੰਕਲਪ ਹੈ, ਜਿਹੜਾ ਮੂਲ ਕਾਮਨਾ ਦਾ ਸੰਕਲਪ ਹੈ, ਉਸ ਨੂੰ ਸਮਝ ਲੈਣਾ ਚਾਹੀਦਾ। ਉਹ ਕਹਿੰਦਾ ਜਿਹੜੀ ਇੱਦ ਜਿਹੜੀ ਹੈਗੀ ਆ ਉਹ ਇੱਕ ਵਿਅਕਤੀ ਦੇ ਅੰਦਰਲੀ ਕਾਮੁਕਤਾ ਨੂੰ ਇੱਕ ਤਰ੍ਹਾਂ ਨਾਲ ਤਾਕਤ ਬਖਸ਼ਦੀ ਹੈ, ਦ੍ਰਿੜ ਕਰਦੀ ਹੈ। ਇਹ ਇੱਕ ਤਰਕਹੀਣ ਅਤੇ ਅਨੈਤਿਕ ਕਿਸਮ ਦੀ ਸ਼ਕਤੀ ਹੁੰਦੀ ਹੈ ਜਿਹੜੀ ਮਨੁੱਖ ਦੇ ਅਚੇਤ ਮਨ ਦੇ ਵਿੱਚ ਮੌਜੂਦ ਰਹਿੰਦੀ ਹੈ। ਇਸ ਦੇ ਵਿੱਚੋਂ ਹੀ ਸਾਡੀਆਂ ਜਿਨਸੀ ਕਾਮਨਾਵਾਂ ਪੈਦਾ ਹੁੰਦੀਆਂ ਨੇ। ਉਹ ਕਹਿੰਦਾ ਕਿ ਇਹ ਜਿਨਸੀ ਕਾਮਨਾਵਾਂ ਨੂੰ ਅਗਵਾਈ ਦਿੰਦੀ ਹੈ। ਹਾਲਾਂਕਿ ਜਿਹੜੀ ਇੱਦ ਹੈ ਉਸ ਨੂੰ ਇੱਕ ਹੋਰ ਚੀਜ਼ ਦੁਆਰਾ, ਇੱਕ ਹੋਰ ਕਾਰਕ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ, ਨਿਯੰਤਰਿਤ ਕੀਤਾ ਜਾਂਦਾ ਹੈ। ਉਹ ਕਾਰਕ ਹੈ ਨੈਤਿਕਤਾ, ਪ੍ਰਤੀਮਾਨ, ਤੇ ਜਿਹੜੀ ਸਾਡੀ ਜਿਹਨੂੰ ਅਸੀਂ ਸੁਪਰ ਈਗੋ ਕਹਿੰਦੇ ਹਾਂ, ਜਿਸ ਨੂੰ ਉਹ ਇੱਕ ਕਹਿੰਦਾ ਕਿ ਹਿਊਮਨਟੇਰੀਅਨ ਫੈਕਟਰ ਹੈ, ਕਿ ਜਿਹੜਾ ਬੰਦੇ ਨੂੰ ਬੰਦਾ ਬਣਾ ਕੇ ਰੱਖਣ ਵਾਲਾ ਫੈਕਟਰ ਹੈਗਾ, ਉਸ ਨੂੰ ਵੱਡੇ ਆਦਰਸ਼ਾਂ ਨਾਲ ਜੋੜਨ ਵਾਲਾ ਫੈਕਟਰ ਹੈ, ਉਸ ਨੂੰ ਅਸੀਂ ਸੁਪਰ ਈਗੋ ਕਹਿ ਸਕਦੇ ਹਾਂ। ਇਹ ਹੈ ਜਿਹੜੀ ਇੱਦ ਨੂੰ ਕੰਟਰੋਲ ਕਰਕੇ ਰੱਖਦੀ ਹੈ। ਸੁਪਰ ਈਗੋ ਇੱਦ ਨੂੰ ਉਹ ਸਾਰੀਆਂ ਖਾਹਿਸ਼ਾਂ ਪ੍ਰਗਟ ਵੀ ਨਹੀਂ ਕਰਨ ਦਿੰਦੀ। ਇੱਦ ਤੇ ਸੁਪਰ ਈਗੋ ਦੇ ਦਰਮਿਆਨ ਲਗਾਤਾਰ ਟਕਰਾਓ ਚੱਲਦਾ ਰਹਿੰਦਾ, ਪਰ ਇਹਨਾਂ ਦੇ ਦਰਮਿਆਨ ਫਿਰ ਇੱਕ ਹੋਰ ਚੀਜ਼ ਹੈ ਜਿਹੜੀ ਕਿ ਵਿਚੋਲਗੀ ਕਰਦੀ ਹੈ, ਜਿਹੜੀ ਇਹਨਾਂ ਦੇ ਵਿੱਚ ਸੰਤੁਲਨ ਬਣਾਉਂਦੀ ਹੈ, ਉਹ ਹੈਗੀ ਆ ਜਿਸ ਨੂੰ ਅਸੀਂ ਈਗੋ ਕਹਿੰਦੇ ਹਾਂ। ਇੱਥੇ ਮੈਂ ਦੱਸ ਦਿਆਂ ਕਿ ਈਗੋ ਦਾ ਮਤਲਬ ਘਮੰਡ ਨਹੀਂ ਹੈਗਾ, ਈਗੋ ਦਾ ਮਤਲਬ ਅਹੰਕਾਰ ਨਹੀਂ ਹੈਗਾ। ਈਗੋ ਦਾ ਮਤਲਬ ਸਾਡਾ ਜਿਹੜਾ ਸੱਭਿਆਚਾਰਕ ਸਮਾਜਿਕ ਆਪਾ, ਉਸ ਨੂੰ ਫਰਾਇਡ ਈਗੋ ਕਹਿ ਰਿਹਾ। ਈਗੋ ਜਿਹੜੀ ਹੈਗੀ ਉਹ ਹਕੀਕਤ ਦੇ, ਯਥਾਰਥ ਦੇ ਨਿਯਮਾਂ ਦੇ ਮੁਤਾਬਕ ਚੱਲਦੀ ਹੈ ਤੇ ਦੋਹਾਂ ਦੇ ਵਿੱਚ ਸੰਤੁਲਨ ਲੈ ਕੇ ਆਉਂਦੀ ਹੈ। ਆਦਰਸ਼ਾਂ
ਨੂੰ ਵੀ ਕਾਇਮ ਰੱਖਣਾ ਤੇ ਇੱਦ ਦੀਆਂ ਜਿਹੜੀਆਂ ਮੂਲ ਕਾਮਨਾਵਾਂ ਨੇ ਉਹਨਾਂ ਦੀ ਪੂਰਤੀ ਦਾ ਪ੍ਰਬੰਧ ਬਣਾਉਣਾ ਵੀ ਇੱਕ ਤਰ੍ਹਾਂ ਨਾਲ ਈਗੋ ਦਾ ਕੰਮ ਹੈ। ਤੇ ਸਾਡਾ ਜਿਹੜਾ ਸਾਰਾ ਸੱਭਿਆਚਾਰਕ ਪਸਾਰਾ ਹੈ, ਇਹ ਸਮਝ ਲਓ ਕਿ ਇਹ ਈਗੋ ਦਾ ਪਸਾਰਾ ਹੈ। ਇਸ ਸੱਭਿਆਚਾਰਕ ਪਸਾਰੇ ਦੇ ਵਿੱਚ ਜਿਹੜੀ ਸਾਡੀ ਆਪਣੀ, ਜਿਹਨੂੰ ਅਸੀਂ ਆਪਣੀ ਪਛਾਣ ਕਹਿੰਦੇ ਆ, ਆਪਣਾ ਆਪਾ ਕਹਿੰਦੇ ਆ, ਉਹ ਅਸਲ ਦੇ ਵਿੱਚ ਈਗੋ ਹੀ ਹੁੰਦਾ। ਜਦੋਂ ਅਪੂਰਨ ਇੱਛਾਵਾਂ ਦੱਬੀਆਂ ਜਾਂਦੀਆਂ ਨੇ ਤਾਂ ਉਹ ਸਾਡੇ ਅਚੇਤ ਵੱਲ ਧੱਕ ਦਿੱਤੀਆਂ ਜਾਂਦੀਆਂ, ਕਿਉਂਕਿ ਸਾਰੀਆਂ ਇੱਛਾਵਾਂ ਈਗੋ ਦੀ ਵਿਚੋਲਗੀ ਦੇ ਨਾਲ ਵੀ ਪੂਰੀਆਂ ਨਹੀਂ ਹੁੰਦੀਆਂ। ਉਹਨਾਂ ਦੇ ਵਿੱਚੋਂ ਕੁਝ ਇੱਛਾਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਤਰ੍ਹਾਂ ਨਾਲ ਦੱਬ ਦਿੱਤੀਆਂ ਜਾਣਗੀਆਂ, ਜਿੱਥੇ ਸੁਪਰ ਈਗੋ ਦੀ ਗੱਲ ਮੰਨੀ ਜਾਊਗੀ। ਤੇ ਜਿਹੜੀਆਂ ਇਹ ਸਾਡੀਆਂ ਦਬੀਆਂ ਹੋਈਆਂ ਇੱਛਾਵਾਂ ਨੇ, ਫਿਰ ਇਹ ਸੁਪਨਿਆਂ ਦੇ ਵਿੱਚ ਤੇ ਸਲਿਪਸ ਆਫ ਟੰਗਸ ਦੇ ਵਿੱਚ, ਅਨੋਬੜ ਬੋਲਾਂ ਦੇ ਵਿੱਚ ਤੇ ਸਾਹਿਤਕ ਰਚਨਾਵਾਂ ਦੇ ਵਿੱਚ ਇਹ ਇੱਛਾਵਾਂ ਪ੍ਰਗਟ ਹੁੰਦੀਆਂ ਨੇ। ਇਹ ਈਗੋ ਜਾਂ ਹਉਮੈ ਜਿਹੜੀ ਆ, ਇਹ ਲੇਖਕ ਨੂੰ ਸਮਾਜਿਕ ਤੌਰ ਤੇ ਪ੍ਰਵਾਨਿਤ ਰੂਪ ਦੇ ਵਿੱਚ ਦਬੀਆਂ ਹੋਈਆਂ ਇੱਛਾਵਾਂ ਨੂੰ ਪ੍ਰਗਟ ਕਰਨ ਦੇ ਵਿੱਚ ਵੀ ਮਦਦਗਾਰ ਹੁੰਦੀ ਹੈ। ਇਹ ਈਗੋ ਹੈ। ਈਗੋ ਦੇ ਧਰਾਤਲ ਦੇ ਉੱਪਰ ਆ ਕੇ ਲੇਖਕ ਆਪਣੀਆਂ ਦਬੀਆਂ ਹੋਈਆਂ ਇੱਛਾਵਾਂ ਨੂੰ ਇਸ ਰੂਪ ਦੇ ਵਿੱਚ ਪ੍ਰਗਟ ਕਰਦਾ ਜਿਸ ਨਾਲ ਉਸ ਨੂੰ ਸਮਾਜਿਕ ਮਾਨਤਾ ਮਿਲਦੀ ਆ। ਪਰ ਜਿਹੜਾ ਇਹ ਪ੍ਰਗਟਾਵਾ ਹੈਗਾ, ਕਿਉਂਕਿ ਇਹ ਸਾਹਿਤ ਦੇ ਰੂਪ ਦੇ ਵਿੱਚ ਹੈ, ਕਲਾ ਦੇ ਰੂਪ ਦੇ ਵਿੱਚ ਹੈ, ਇਹ ਸਪਾਟ ਨਹੀਂ ਹੁੰਦਾ, ਸਗੋਂ ਇਹ ਉਹ ਕਹਿੰਦਾ ਕਿ ਇਹ ਇੱਕ ਤਰ੍ਹਾਂ ਨਾਲ ਗੁੱਝਾ ਹੁੰਦਾ ਹੈ ਤੇ ਇਸ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਉਹ ਭੇਸ ਬਦਲ ਕੇ ਆਉਂਦੀਆਂ ਨੇ। ਫਰਾਇਡ ਹੁਣ ਇਸ ਤਰ੍ਹਾਂ ਦੀ ਜਿਹੜੀ ਫੈਂਸੀ ਸਿਰਜਣਾ ਜਾਂ ਕਲਾਤਮਕ ਸਰਗਰਮੀ ਨੂੰ ਦਿਨ ਦੀਵੀਂ ਸੁਪਨੇ ਲੈਣ ਦੀ ਪ੍ਰਕਿਰਿਆ ਨਾਲ ਵੀ ਜੋੜ ਕੇ ਦੇਖਦਾ। ਉਹ ਕਹਿੰਦਾ ਜਿਹੜਾ ਸਿਰਜਣਾਤਮਕ ਲੇਖਕ ਹੈ ਉਹ ਦਿਨੇ ਸੁਪਨੇ ਲੈਣ ਵਾਲਾ ਇਨਸਾਨ ਹੈ। ਉਹ ਆਪਣੀ ਧਾਰਨਾ ਨੂੰ ਦ੍ਰਿੜ ਕਰਨ ਲਈ, ਆਪਣੀ ਚਰਚਾ ਕਰਨ ਲਈ ਸਨਾਤਨੀ ਜਾਂ ਕਲਾਸਿਕੀ ਸਾਹਿਤਕ ਰਚਨਾਵਾਂ ਦੀ ਬਜਾਏ ਜਿਹੜੀਆਂ ਲੋਕਪ੍ਰਿਯ ਨਾਵਲ ਤੇ ਰੋਮਾਂਸ ਦੀਆਂ ਲਿਖਤਾਂ ਨੇ ਉਹਨੂੰ ਕੇਂਦਰ ਦੇ ਵਿੱਚ ਰੱਖਦਾ। ਇੱਥੇ ਬੜਾ ਮਹੱਤਵਪੂਰਨ ਇਹ ਗੱਲ ਸਮਝਣ ਵਾਲੀ ਹੈ ਕਿ ਜਿਹੜੀਆਂ ਸਾਡੀਆਂ ਕਲਾਸਿਕੀ ਰਚਨਾਵਾਂ ਨੇ ਉਹਨਾਂ ਦੀਆਂ ਉਦਾਹਰਨਾਂ ਫਰਾਇਡ ਨਹੀਂ ਲੈਂਦਾ। ਉਹਦੀ ਗੱਲ ਥੋੜ੍ਹੀ ਜਿਹੀ ਕਰਦਾ, ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ ਉਸ ਬਾਰੇ। ਪਰ ਉਹ ਮੁੱਖ ਤੌਰ ਤੇ ਜਿਹੜੇ ਉਸ ਸਮੇਂ ਜਿਹੜੇ ਪਾਪੂਲਰ ਨਾਵਲ ਲਿਖੇ ਜਾ ਰਹੇ ਸੀ, ਜਿਹੜੀਆਂ ਰੋਮਾਂਟਿਕ ਰਚਨਾਵਾਂ ਲਿਖੀਆਂ ਜਾ ਰਹੀਆਂ ਸੀ, ਉਹਨਾਂ ਦੇ ਉੱਪਰ ਧਿਆਨ ਫੋਕਸ ਕਰਦਾ ਤੇ ਉਹਨਾਂ ਨੂੰ ਆਪਣੇ ਵਿਸ਼ਲੇਸ਼ਣ ਦਾ ਆਧਾਰ ਬਣਾਉਂਦਾ ਹੈ। ਉਹ ਕਹਿੰਦਾ ਕਿ ਜਿਹੜੀਆਂ ਸਾਰੀਆਂ ਰਚਨਾਵਾਂ ਦੇ ਵਿੱਚ ਇਹਨਾਂ 'ਚ ਇੱਕ ਸਾਂਝਾ ਲੱਛਣ ਇਹ ਆ ਕਿ ਇਹਨਾਂ 'ਚ ਕੋਈ ਨਾ ਕੋਈ ਹੀਰੋ ਹੁੰਦਾ, ਕੋਈ ਕੇਂਦਰੀ ਪਾਤਰ ਜਾਂ ਕੋਈ ਨਾਇਕ ਹੁੰਦਾ। ਤੇ ਜਿਹੜਾ ਇਹ ਨਾਇਕ ਹੁੰਦਾ, ਇਸ ਦੇ ਨਾਲ ਹੀ ਅਸੀਂ ਆਪਣੀ ਇਕਮਿਕਤਾ ਮਹਿਸੂਸ ਕਰਦੇ ਹਾਂ। ਯਾਨੀ ਲੇਖਕ ਦੇ ਨਾਲ ਇਕਮਿਕਤਾ ਮਹਿਸੂਸ ਕਰਦੇ ਅਸੀਂ ਜਿਹੜਾ ਉਹਦਾ ਪਾਤਰ ਹੈਗਾ, ਮੁੱਖ ਪਾਤਰ ਹੈ, ਨਾਇਕ ਹੈ, ਉਸ ਦੇ ਨਾਲ ਇਕਮਿਕਤਾ ਮਹਿਸੂਸ ਕਰਦੇ ਹਾਂ। ਤੇ ਨਾਵਲਾਂ ਵਿੱਚ ਜਿਹੜੀ ਨਾਵਲ ਦੇ ਵਿੱਚ ਜੀਵਨ ਯਾਤਰਾ ਨਾਇਕ ਦੀ ਹੈ, ਅਸੀਂ ਵੀ ਉਹਦੇ ਨਾਲ ਤੁਰਦੇ ਉਸ ਦੇ ਨਾਲ ਹੀ ਸਫ਼ਰ ਕਰਦੇ ਹਾਂ। ਤੇ ਇਸ ਤਰ੍ਹਾਂ ਨਾਲ ਜਿਹੜਾ ਨਾਇਕ ਦਾ ਸਫ਼ਰ ਹੈ ਉਹ ਲੇਖਕ ਦੇ ਨਾਲ ਪਾਠਕ ਦੀ ਹਉਮੈ ਦਾ ਸਫ਼ਰ ਬਣ ਜਾਂਦਾ। ਇਸ ਉਦਾਹਰਨ ਰਾਹੀਂ ਉਹ ਸੁਝਾਅ ਦਿੰਦਾ ਕਿ ਇੱਕ ਸਿਰਜਣਾਤਮਕ ਲੇਖਕ ਦਿਨ ਦੀ ਵੀ ਸੁਪਨੇ ਦੇ ਵਾਂਗ ਇੱਕ ਤਰ੍ਹਾਂ ਨਾਲ ਬੱਚਿਆਂ ਦੀਆਂ ਜਿਹੜੀਆਂ ਖੇਡਾਂ ਨੇ ਉਹਨਾਂ ਦਾ ਬਦਲ ਸਿਰਜ ਲੈਂਦਾ ਲਿਖਣ ਦੇ ਨਾਲ। ਲਿਖਤਾਂ ਜਿਹੜੀਆਂ ਨੇ ਇੱਕ ਤਰ੍ਹਾਂ ਨਾਲ ਡੇ ਡਰੀਮਿੰਗ ਦਾ ਇੱਕ ਬਦਲ ਨੇ, ਬਚਪਨ ਦੀਆਂ ਖੇਡਾਂ ਦਾ ਬਦਲ ਨੇ। ਅੱਗੇ ਫਰਾਇਡ ਉਹਨਾਂ ਲੇਖਕਾਂ ਦੀ ਗੱਲ ਵੀ ਕਰਦਾ ਜਿਹੜੇ ਆਪਣੀ ਜਿਹੜੀ ਮੂਲ ਸਮੱਗਰੀ ਨੇ ਉਹ ਜਿਹੜੀਆਂ ਸਾਡੀਆਂ ਲੋਕ ਕਥਾਵਾਂ ਨੇ ਤੇ ਮਿਥਿਹਾਸ ਚੋਂ ਪ੍ਰਾਪਤ ਕਰਦੇ ਨੇ। ਹੁਣ ਮਿਥਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ, ਲੋਕ ਕਹਾਣੀਆਂ ਨੂੰ ਬਦਲਿਆ ਨਹੀਂ ਜਾ ਸਕਦਾ। ਲੋਕ ਕਹਾਣੀਆਂ ਨੂੰ ਸ਼ਾਇਦ ਥੋੜ੍ਹਾ ਬਹੁਤ ਬਦਲਿਆ ਜਾ ਸਕਦਾ ਹੋਵੇ, ਪਰ ਮਿਥਿਹਾਸ ਵਿੱਚ ਨਹੀਂ ਬਦਲਿਆ ਜਾ ਸਕਦਾ। ਤੇ ਜਦੋਂ ਕੋਈ ਲੇਖਕ ਅੱਜ ਦੇ ਦਿਨ ਦੇ ਵਿੱਚ ਲਿਖ ਰਿਹਾ ਪਰ ਉਹਦੀ ਮੂਲ ਸਮੱਗਰੀ ਲੋਕ ਕਥਾਵਾਂ ਦੇ ਵਿੱਚੋਂ ਤੇ ਮਿਥਿਹਾਸ 'ਚੋਂ ਆਉਂਦੀ ਆ, ਤਾਂ ਕੀ ਵਾਪਰਦਾ? ਉਹ ਕਹਿੰਦਾ ਇਹਦੇ ਵਿੱਚ ਬਹੁਤਾ ਕੁਛ ਲੇਖਕ ਦੇ ਕੋਲ ਮੌਲਿਕ ਕਰਨ ਨੂੰ ਨਹੀਂ ਹੁੰਦਾ, ਪਰ ਫਿਰ ਵੀ ਉਹ ਜਿਸ ਕਿਸਮ ਦੀ ਸਮੱਗਰੀ ਦੀ ਚੋਣ ਕਰਦਾ ਤੇ ਚੋਣ ਕਰਦਿਆਂ ਹੋਇਆਂ ਜਦੋਂ ਉਹਨੂੰ ਰੀਰਾਈਟ ਕਰਦਾ, ਲਿਖਦਾ, ਉਸਨੂੰ ਦੁਬਾਰਾ ਤੋਂ ਵਿਉਂਤਬੰਦੀ ਕਰਦਾ, ਤਾਂ ਉਹਦੇ ਵਿੱਚ ਬਹੁਤ ਸੂਖਮ ਕਿਸਮ ਦੀਆਂ ਤਬਦੀਲੀਆਂ, ਜਿਹਨੂੰ ਸਟਲ ਤਬਦੀਲੀਆਂ ਕਹਿ ਸਕਦੇ ਹਾਂ ਅਸੀਂ, ਉਹ ਉਹਦੇ 'ਚ ਕਰ ਦਿੰਦਾ, ਜਿਹੜੀਆਂ ਕਿ ਬਹੁਤ ਹੀ ਗਹਿਰੇ ਤਰੀਕੇ ਨਾਲ ਵਿਸ਼ਲੇਸ਼ਣ ਕਰਕੇ ਸਮਝੀਆਂ ਜਾ ਸਕਦੀਆਂ ਨੇ। ਉਹ ਮਿਥਿਹਾਸ ਨੂੰ ਤਾਂ ਲੇਖਕ ਨਹੀਂ ਬਦਲ ਸਕਦਾ ਹੁੰਦਾ, ਕਿਉਂਕਿ ਜਿਹੜਾ ਮਿਥਿਹਾਸ ਹੈ ਉਸ ਦੇ ਬਾਰੇ ਫਰਾਇਡ ਦਾ ਕਹਿਣਾ ਕਿ ਮਿਥਿਹਾਸ ਪੂਰੀ ਜਿਹੜੀ ਕੌਮ ਹੈ ਉਸ ਦੀਆਂ ਸਮੂਹਕ ਕਲਪਨਾਵਾਂ ਦਾ ਪ੍ਰਤੀਬਿੰਬ ਹੈ। ਉਹ ਕਿਸੇ ਵਿਅਕਤੀ ਦੀ ਆਪਣੀ ਕਲਪਨਾ ਦਾ ਪ੍ਰਤੀਬਿੰਬ ਨਹੀਂ ਹੈ, ਉਹ ਕਿਸੇ ਕੌਮ ਦੀ ਸਮੂਹਕ ਕਲਪਨਾ ਦਾ ਪ੍ਰਤੀਬਿੰਬ ਹੈ। ਤੇ ਉਸ ਪ੍ਰਤੀਬਿੰਬ ਦੇ ਵਿੱਚ ਉਸ ਦੀ ਤਬਦੀਲੀ ਕਰਨ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਵਿਅਕਤੀਗਤ ਲੇਖਕ ਨੂੰ ਨਹੀਂ ਹੁੰਦੀ। ਇਸ ਕਰਕੇ ਉਹਨੂੰ ਤਾਂ ਤਬਦੀਲ ਨਹੀਂ ਕਰ ਸਕਦਾ, ਪਰ ਛੋਟੀਆਂ ਛੋਹਾਂ ਉਹ ਦੇ ਦਿੰਦਾ ਜਿਨ੍ਹਾਂ ਦੇ ਵਿੱਚ ਉਹ ਆਪਣੇ ਇੰਦਰਿਆਵੀ ਅਨੁਭਵਾਂ ਨੂੰ ਭਰਨ ਦੀ ਕੋਸ਼ਿਸ਼ ਕਰਦਾ। ਅਸੀਂ ਜਦੋਂ ਦੇਖਦੇ ਹਾਂ ਕਿ ਸਾਡੀ ਮੱਧਕਾਲੀ ਕਵਿਤਾ ਦੇ ਵਿੱਚ ਜਦੋਂ ਪਰਮਾਤਮਾ ਦੀ ਤੁਲਨਾ ਔਰਤ ਨਾਲ ਕੀਤੀ ਜਾ ਰਹੀ ਹੁੰਦੀ, ਪਰਮਾਤਮਾ ਦੀ ਤੁਲਨਾ ਮਰਦ ਨਾਲ ਤੇ ਜਿਹੜਾ ਮਨੁੱਖ ਹੈ ਉਸਦੀ ਔਰਤ ਨਾਲ ਕੀਤੀ ਜਾਂਦੀ ਹੈ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁਰਝਾਏ, ਜਾ ਪੁੱਛੇ ਰੋਹਾਗਣੀ ਤੂੰ ਕਿਉਂ ਰਹਿਣ ਵਿਹਾਏ। ਤੇ ਇਸ ਤਰ੍ਹਾਂ ਦੀਆਂ ਸੂਫੀ ਕਵਿਤਾ ਦੇ ਵਿੱਚ ਜਿਹੜਾ ਇਸ਼ਕ ਦਾ ਸੰਕਲਪ ਹੈ ਉਹ ਆਪਣੇ ਆਪ ਦੇ ਵਿੱਚ
ਇਹ ਪ੍ਰਗਟ ਕਰਦਾ ਹੈ ਕਿ ਰੱਬ ਤੇ ਮਨੁੱਖਤਾ ਦੇ ਸੰਬੰਧਾਂ ਨੂੰ ਦਰਸਾਉਣ ਦੇ ਵਿੱਚ ਵੀ ਲੇਖਕ ਜਿਹੜੇ ਨੇ ਉਹ ਆਪਣੇ ਆਲੇ ਦੁਆਲੇ ਦੇ ਵਿੱਚ ਜਿਹੜੇ ਪਿਆਰ ਦੇ ਪ੍ਰਗਟਾਵੇ ਦੇ ਰੂਪ ਨੇ ਉਹਨਾਂ ਨੂੰ ਕਿਵੇਂ ਉਸ ਦੇ ਵਿੱਚ ਲੈ ਆਉਂਦੇ ਨੇ। ਅੱਗੇ ਜਾ ਕੇ ਫਰਾਇਡ ਜਿਹੜਾ ਹੈਗਾ ਉਹ ਇਸ ਉੱਤਰ ਦੇਣ ਦੀ ਕੋਸ਼ਿਸ਼ ਕਰਦਾ, ਇਸ ਸਵਾਲ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਕਿ ਸਾਡੀਆਂ ਭਾਵਨਾਵਾਂ ਨੂੰ ਜਿਹੜੇ ਲੇਖਕ ਨੇ ਉਹ ਕਿਵੇਂ ਟੁੰਬਦੇ ਨੇ। ਇੱਥੋਂ ਤੱਕ ਅਸੀਂ ਗੱਲ ਕੀਤੀ ਹੈ ਕਿ ਲੇਖਕ ਦੀ ਜਿਹੜੀ ਸਮੱਗਰੀ ਆ ਉਹ ਕਿੱਥੋਂ ਆਉਂਦੀ ਹੈ। ਉਹ ਉਸਦੇ ਬਚਪਨ ਦੀਆਂ ਖੇਡਾਂ ਵਰਗੇ ਅਨੁਭਵ ਤੋਂ ਆਉਂਦੀ ਹੈ, ਉਹ ਉਸ ਦੀਆਂ ਫੈਂਟਸੀਆਂ ਤੋਂ ਆਉਂਦੀ ਹੈ, ਉਹ ਉਸਦੇ ਕਾਮੁਕ ਦਮਨ ਤੋਂ ਆਉਂਦੀ ਹੈ, ਉਹ ਜਿਹੜੀਆਂ ਇੱਛਾਵਾਂ ਨੇ, ਜਿਹੜੀਆਂ ਬੇਮੁਹਾਰ ਇੱਛਾਵਾਂ ਨੇ ਉਹਨਾਂ ਤੋਂ ਆਉਂਦੀ ਹੈ, ਤੇ ਉਹ ਕਿਤੇ ਕਿਤੇ ਇਤਿਹਾਸ ਤੇ ਲੋਕ ਕਥਾਵਾਂ ਦੇ ਵਿੱਚੋਂ ਵੀ ਆਉਂਦੀ ਹੈ, ਜਿਸ ਨੂੰ ਉਹ ਆਪਣੀਆਂ ਰਚਨਾਵਾਂ ਦੇ ਵਿੱਚ ਢਾਲਦਾ ਹੈ। ਪਰ ਉਹ ਸਾਨੂੰ ਟੁੰਬਦਾ ਕਿਵੇਂ ਆ, ਇਸ ਦਾ ਜਿਹੜਾ ਸਵਾਲ ਹੈ, ਇਸ ਸਵਾਲ ਦਾ ਉੱਤਰ ਆਪਣੇ ਆਪ ਦੇ ਵਿੱਚ ਫਰਾਇਡ ਕਹਿੰਦਾ ਕਿ ਇਹ ਮੁਸ਼ਕਿਲ ਹੈ, ਤੇ ਉਹ ਆਪਣੇ ਆਪ ਨੂੰ ਲੇਖ ਦੇ ਅੰਤ ਵਿੱਚ ਸੰਤੁਸ਼ਟ ਵੀ ਮਹਿਸੂਸ ਨਹੀਂ ਕਰਦਾ ਕਿ ਇਸ ਦਾ ਉਹ ਉੱਤਰ ਦੇ ਸਕਿਆ ਕਿ ਨਹੀਂ ਦੇ ਸਕਿਆ। ਫਰਾਇਡ ਕਹਿੰਦਾ ਕਿ ਦਿਨ ਦੀ ਵੀ ਸੁਪਨੇ ਲੈਣ ਵਾਲਾ ਜਿਹੜਾ ਬੰਦਾ ਹੈ ਉਹ ਆਪਣੀਆਂ ਕਲਪਨਾਵਾਂ ਨੂੰ ਤਾਂ ਦੂਜਿਆਂ ਤੋਂ ਲੁਕਾਉਂਦਾ ਹੈ, ਕਿਉਂਕਿ ਉਹ ਇਹਨਾਂ ਤੋਂ ਸ਼ਰਮਿੰਦਾ ਹੁੰਦਾ ਹੈ। ਉਸ ਨੂੰ ਜਾਪਦਾ ਕਿ ਜੇ ਮੈਂ ਆਪਣੀਆਂ ਫੈਂਟਸੀਆਂ ਹੋਰ ਲੋਕਾਂ ਦੇ ਸਾਹਮਣੇ ਨਸ਼ਰ ਕੀਤੀਆਂ ਤਾਂ ਉਹਨੂੰ ਦੁਰਕਾਰਿਆ ਜਾਊਗਾ। ਫਰਾਇਡ ਇਸ ਗੱਲ ਤੇ ਹੈਰਾਨੀ ਪ੍ਰਗਟ ਕਰਦਾ ਹੈ ਕਿ ਸਾਨੂੰ ਜਿਹੜਾ ਸਿਰਜਣਾਤਮਕ ਲੇਖਕ ਹੈ ਉਸ ਦੀਆਂ ਕਲਪਨਾਵਾਂ ਦੀ ਜਿਹੜੀ ਪੇਸ਼ਕਾਰੀ ਹੁੰਦੀ ਹੈ ਉਹ ਸਾਨੂੰ ਆਨੰਦ ਕਿਉਂ ਦਿੰਦੀ ਹੈ। ਇੱਕ ਪਾਸੇ ਤਾਂ ਅਸੀਂ ਜੇ ਕਿਸੇ ਦੀਆਂ ਕਲਪਨਾਵਾਂ ਤੋਂ ਜਾਣੂ ਹੋਵਾਂਗੇ, ਉਹਦੀਆਂ ਫੈਂਟਸੀਆਂ ਤੋਂ ਜਾਣੂ ਹੋਵਾਂਗੇ ਤਾਂ ਉਹਨੂੰ ਦੁਰਕਾਰਨ ਤੱਕ ਜਾਵਾਂਗੇ। ਪਰ ਜਦੋਂ ਅਸੀਂ ਲੇਖਣੀ ਦੇ ਰੂਪ ਦੇ ਵਿੱਚ ਉਹੀ ਕਲਪਨਾਵਾਂ ਨੂੰ ਪੜ੍ਹਦੇ ਹਾਂ ਤਾਂ ਉਹ ਸਾਨੂੰ ਆਨੰਦ ਦਿੰਦੀਆਂ ਨੇ ਤੇ ਅਸੀਂ ਉਸ ਨੂੰ ਮਾਨਤਾ ਦਿੰਦੇ ਹਾਂ। ਉਹ ਕਹਿੰਦਾ ਇਸ ਦੇ ਬਾਰੇ ਬਹੁਤਾ ਨਿਸ਼ਚੇ ਨਾਲ ਫਰਾਇਡ ਕਹਿੰਦਾ ਕਿਹਾ ਨਹੀਂ ਜਾ ਸਕਦਾ, ਕੁਝ ਅੰਦਾਜ਼ੇ ਜਿਹੜੇ ਹੈਗੇ ਨੇ ਲਾਏ ਜਾ ਸਕਦੇ ਨੇ। ਉਹ ਕਹਿੰਦਾ ਇਹ 'ਚ ਦੋ ਮੁੱਖ ਤੌਰ ਤੇ ਕਾਰਜ ਜਿਹੜੇ ਇੱਕ ਤਰ੍ਹਾਂ ਨਾਲ ਜੁਗਤਾਂ ਕਾਰਜਸ਼ੀਲ ਨੇ। ਪਹਿਲੀ ਤਾਂ ਲੇਖਕ ਆਪਣੇ ਪਾਤਰਾਂ ਦੀ ਪਛਾਣ ਨੂੰ ਲੁਕੋ ਦਿੰਦਾ, ਜਿਸ ਦੇ ਵਿੱਚ ਉਸਦੀ ਆਪਣੀ ਪਛਾਣ ਵੀ ਲੁਕੀ ਹੋਈ ਹੁੰਦੀ ਹੈ। ਉਹ ਇਸ਼ਾਰਾ ਕਰਦਾ ਕਿ ਜਿਹੜਾ ਉਹਦਾ ਪਾਤਰ ਹੈ ਉਹ ਇੱਕ ਤਰ੍ਹਾਂ ਨਾਲ ਖਿੰਡ ਜਾਂਦਾ, ਉਹਦਾ ਜਿਹੜਾ ਆਪਣਾ ਆਪਾ ਹੈਗਾ ਬਹੁਤ ਸਾਰੇ ਪਾਤਰਾਂ ਦੇ ਵਿੱਚ ਖਿੰਡ ਜਾਂਦਾ, ਉਸਦੇ ਆਪੇ ਦੇ ਵੱਖ-ਵੱਖ ਰੂਪ, ਉਹਦੀਆਂ ਖਾਹਿਸ਼ਾਂ ਇੱਕ ਤੋਂ ਵਧੇਰੇ ਪਾਤਰਾਂ ਦੇ ਵਿੱਚ ਖਿੰਡ ਜਾਂਦੀਆਂ ਨੇ। ਤੇ ਇਸ ਤਰ੍ਹਾਂ ਨਾਲ ਉਹ ਸਾਰੇ ਪਾਤਰਾਂ ਦੇ ਰਾਹੀਂ ਆਪਣੀਆਂ ਖਾਹਿਸ਼ਾਂ ਨੂੰ ਪ੍ਰਗਟ ਕਰਦਾ ਤੇ ਇੱਕ ਤਰ੍ਹਾਂ ਨਾਲ ਆਪਣੀ ਪਛਾਣ ਨੂੰ ਲੁਕੋ ਦਿੰਦਾ। ਤੇ ਜਿਹੜਾ ਪਾਤਰ ਹੈ ਉਹ ਇੱਕ ਤਰ੍ਹਾਂ ਨਾਲ ਇੱਕ ਇਕਹਿਰਾ ਪਾਤਰ ਹੀ ਉਸ ਦੇ ਆਪੇ ਨੂੰ ਪ੍ਰਗਟ ਨਹੀਂ ਕਰਦਾ। ਤੇ ਦੂਸਰਾ ਕਹਿੰਦਾ ਉਹ ਆਪਣੇ ਕਿਰਦਾਰ ਨੂੰ ਪੇਸ਼ ਕਰਦਿਆਂ ਹੋਇਆਂ ਉਹਨੂੰ ਥੋੜ੍ਹਾ ਨਿਊਟਰਲਾਈਜ਼ ਵੀ ਕਰਦਾ ਹੈ ਤੇ ਥੋੜ੍ਹਾ ਉਹਨੂੰ ਉਸ ਵਾਸਤੇ ਸ਼ਬਦ ਵਰਤਾ ਨਰਮ ਦਿਲ ਜਿਹਾ ਬਣਾ ਕੇ ਵੀ ਪੇਸ਼ ਕਰਦਾ, ਜਿਸ ਦੇ ਉੱਪਰ ਥੋੜ੍ਹਾ ਰਹਿਮ ਵੀ ਕੀਤਾ ਜਾ ਸਕਦਾ ਹੋਵੇ, ਜਿਸ ਦੇ ਪ੍ਰਸੰਗ ਨੂੰ ਸਮਝ ਕੇ ਅਸੀਂ ਉਸ ਦੀਆਂ ਕਿਰਿਆਵਾਂ ਦੇ ਪ੍ਰਤੀ ਹਮਦਰਦੀ ਜਤਾ ਸਕਦੇ ਹੋਈਏ। ਇਸ ਤਰੀਕੇ ਨਾਲ ਉਹ ਆਪਣੇ ਪਾਤਰ ਨੂੰ ਪੇਸ਼ ਕਰਦਾ। ਜਿਵੇਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦਾ ਪਾਤਰ ਚਾਚਾ, ਉਹ ਬੱਚਿਆਂ ਨਾਲ ਛੋਟੀ ਛੋਟੀ ਛੇੜਖਾਨੀਆਂ ਕਰਦਾ, ਪਰ ਸਾਨੂੰ ਉਸ ਦੇ ਉੱਪਰ ਗੁੱਸਾ ਨਹੀਂ ਆਉਂਦਾ, ਅਸੀਂ ਉਹਨੂੰ ਦੁਰਕਾਰਦੇ ਨਹੀਂ ਹੋਗੇ, ਕਿਉਂਕਿ ਕੁਲਵੰਤ ਸਿੰਘ ਵਿਰਕ ਉਸ ਦੇ ਸਮੁੱਚੇ ਪ੍ਰਸੰਗ ਨੂੰ ਵੀ ਨਾਲ ਪੇਸ਼ ਕਰ ਰਿਹਾ, ਜਿਸ ਪ੍ਰਸੰਗ ਦੇ ਵਿੱਚ ਸਾਨੂੰ ਉਸ ਦੇ ਨਾਲ ਹਮਦਰਦੀ ਹੁੰਦੀ ਹੈ। ਦੂਜਾ ਉਹ ਕਹਿੰਦਾ ਕਿ ਉਹ ਸਾਹਿਤਕ ਰਚਨਾ ਨੂੰ ਸੁਹਜਾਤਮਕ ਗੁਣਾਂ ਦੇ ਨਾਲ ਭਰ ਦਿੰਦਾ ਤੇ ਉਸ ਨੂੰ ਆਪਣੀਆਂ ਭਾਵਨਾਵਾਂ ਨੂੰ, ਆਪਣੀਆਂ ਇੱਛਾਵਾਂ ਨੂੰ, ਆਪਣੀਆਂ ਕਹਾਣੀਆਂ ਨੂੰ ਸਾਹਿਤਕ ਰੰਗ ਦੇ ਦਿੰਦਾ। ਤੇ ਉਹ ਕਹਿੰਦਾ, ਫਰਾਇਡ ਦਾ ਕਹਿਣਾ ਹੈ ਕਿ ਕਲਾਕਾਰ ਇਸ ਕਲਾਤਮਕ ਸਿਰਜਣਾ ਨੂੰ ਕਰਦੇ ਹੋਏ ਮੁੱਖ ਤੌਰ ਤੇ ਜਿਹਨਾਂ ਪੜਾਵਾਂ ਚੋਂ ਨਿਕਲਦਾ ਉਸ ਨੂੰ ਉਹ ਕਹਿੰਦਾ ਕਿ ਇਹ ਇੱਕ ਕੰਡੈਂਸੇਸ਼ਨ ਦਾ ਪੜਾਅ ਹੈ, ਇੱਕ ਜਿਹੜਾ ਹੈਗਾ ਉਸ ਦੇ ਵਿੱਚ ਸਬਸਟੀਟਿਊਸ਼ਨ ਦਾ ਪੜਾਅ ਹੈ, ਤੇ ਜਿਹੜਾ ਤੀਸਰਾ ਹੈਗਾ ਉਹ ਪ੍ਰਤੀਕਾਤਮਕਤਾ ਤੇ ਬਿੰਬਾਤਮਕਤਾ ਦੀ ਗੱਲ ਕਰਦਾ। ਇੱਕ ਹੋਰ ਗੱਲ ਅਵਿਅਕਤੀਕਰਨ ਦੀ ਵੀ ਉਹ ਗੱਲ ਕਰਦਾ, ਲੁਕਾਉਣ ਦੀ ਗੱਲ, ਜਿਸ ਨੂੰ ਅਸੀਂ ਚੀਜ਼ਾਂ ਨੂੰ ਲੁਕਾਉਣੇ ਆ, ਲੋਪ ਦੀ ਗੱਲ ਜਾਂ ਅਵਿਅਕਤੀਕਰਨ ਦੀ ਗੱਲ ਫਰਾਇਡ ਕਰਦਾ। ਉਹ ਕਹਿੰਦਾ ਜਿਹੜੇ ਇਹਨਾਂ 'ਚੋਂ ਪਹਿਲੇ ਦੋ ਪੜਾਅ ਨੇ, ਜਿਹੜਾ ਸੰਘਨਨ ਕੰਡੈਂਸੇਸ਼ਨ ਜਾਂ ਅਵਿਅਕਤੀਕਰਨ ਜਾਂ ਲੋਪਨ, ਇਹਨਾਂ ਦੀ ਹੋਂਦ ਮਨੋਵਿਗਿਆਨਕ ਹੈ। ਇਹ ਸਾਰਾ ਕੁਝ ਸਾਡੇ ਮਨ ਦੇ ਵਿੱਚ ਵਾਪਰਦਾ, ਅਦਿੱਖ ਰੂਪ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੁੰਦਾ ਅੰਦਰੋਂ ਅੰਦਰੀ। ਤੇ ਜਿਹੜੇ ਬਾਕੀ ਦੇ ਤੀਜਾ ਤੇ ਚੌਥਾ ਪੜਾਅ ਨੇ, ਸਬਸਟੀਟਿਊਸ਼ਨ ਤੇ ਪ੍ਰਤੀਕਾਤਮਕਤਾ ਦੇ ਬਿੰਬਮਈ ਪ੍ਰਗਟਾਵਾ, ਇਹ ਭਾਸ਼ਾ ਦੇ ਰਾਹੀਂ ਪ੍ਰਗਟ ਹੁੰਦੇ ਨੇ। ਹੁਣ ਅਸੀਂ ਵਾਰੀ-ਵਾਰੀ ਇਹਨਾਂ ਚਾਰਾਂ ਬਾਰੇ ਗੱਲ ਕਰਾਂਗੇ। ਸੌਰੀ, ਮੈਂ ਪਹਿਲਾਂ ਤਿੰਨ ਕਹਿ ਗਿਆ ਸੀ, ਤਿੰਨ ਨਹੀਂ ਉਹ ਚਾਰ ਪੜਾਅ ਬਣ ਜਾਂਦੇ ਨੇ। ਸੰਗਣਨ ਜਿਹੜਾ ਹੈਗਾ, ਫਰਾਇਡ ਦੇ ਅਨੁਸਾਰ ਲੇਖਕ ਦੇ ਮਨ ਵਿੱਚ ਅਨੰਤ ਖਾਹਿਸ਼ਾਂ ਹੁੰਦੀਆਂ ਨੇ, ਇਸ ਲਈ ਇਹਨਾਂ ਖਾਹਿਸ਼ਾਂ ਦੇ ਵਿੱਚੋਂ ਜਿਹੜਾ ਲੇਖਕ ਹੈ ਉਹ ਚੋਣ ਕਰਦਾ ਕਿਹੜੀਆਂ ਖਾਹਿਸ਼ਾਂ ਲੋੜੀਂਦੀਆਂ ਨੇ ਤੇ ਕਿਹੜੀਆਂ ਨੂੰ ਉਹ ਬੇਲੋੜੀਆਂ ਮੰਨ ਕੇ ਉਸ ਨੂੰ ਛੱਡਣ ਵਾਸਤੇ ਤਿਆਰ ਹੋ ਜਾਂਦਾ। ਤੇ ਜਿਹੜੀਆਂ ਚੁਣੀਆਂ ਹੋਈਆਂ ਖਾਹਿਸ਼ਾਂ ਨੇ ਉਹਨਾਂ ਨੂੰ ਫਿਰ ਉਹ ਇੱਕ ਖਾਹਿਸ਼ ਦੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਉਸ ਨੂੰ ਬੰਨ੍ਹਦਾ, ਸੰਜੋਂਦਾ, ਉਸ ਨੂੰ ਕੰਡੈਂਸ ਕਰਦਾ। ਇੱਕ ਖਾਹਿਸ਼ ਦੇ ਰਾਹੀਂ ਉਸ ਦੀਆਂ ਕਈ ਸਾਰੀਆਂ ਖਾਹਿਸ਼ਾਂ
ਪ੍ਰਗਟ ਹੋ ਰਹੀਆਂ ਹੁੰਦੀਆਂ ਨੇ। ਇਸ ਸੰਜੋਣ ਜਾਂ ਸੰਯੁਕਤੀਕਰਨ ਦੀ ਪ੍ਰਕਿਰਿਆ ਨੂੰ ਜਿਹੜਾ ਫਰਾਇਡ ਹੈ ਉਹ ਕੰਡੈਂਸੇਸ਼ਨ ਕਹਿੰਦਾ। ਅਗਲੀ ਜਿਹੜੀ ਚੀਜ਼ ਹੈਗੀ ਆ ਉਹ ਅਵਿਅਕਤੀਕਰਨ ਜਾਂ ਲੋਪਨ। ਫਰਾਇਡ ਦਾ ਇਸ ਤੋਂ ਭਾਵ ਹੈ ਕਿ ਕਲਾਕਾਰ ਆਪਣੀਆਂ ਦਮਿਤ ਇੱਛਾਵਾਂ ਨੂੰ ਇੰਨ ਬਿੰਨ ਪ੍ਰਗਟ ਨਹੀਂ ਕਰਦਾ, ਸਗੋਂ ਉਹਨਾਂ ਦੇ ਅਸਲ ਨੂੰ ਲੋਪ ਕਰ ਦਿੰਦਾ, ਅਸਲ ਨੂੰ ਲੁਕੋ ਦਿੰਦਾ। ਹੋ ਸਕਦਾ ਉਹ ਕਾਮੁਕਤਾ ਦੀ ਭਾਵਨਾ ਨੂੰ ਮਹਾਨਤਾ ਦੀ ਭਾਵਨਾ ਦੇ ਪਿੱਛੇ ਲੁਕੋ ਦੇਵੇ, ਕਾਮਿਕਤਾ ਦੀ ਇੱਛਾ ਨੂੰ ਮਹਾਨਤਾ ਦੀ ਇੱਛਾ ਦੇ ਪਿੱਛੇ ਲੁਕੋ ਦੇਵੇ। ਤਾਂ ਇਸ ਤਰ੍ਹਾਂ ਨਾਲ ਲੇਖਕ ਜਿਹੜਾ ਹੈਗਾ ਉਹ ਆਪਣੀਆਂ ਕਾਮਨਾਵਾਂ ਦਾ ਸਿਰਫ ਪਰਦਾ ਦਿਖਾਉਂਦਾ, ਇੱਕ ਸਿਰਫ ਉੱਪਰਲਾ ਕਵਰ ਦਿਖਾਉਂਦਾ, ਉਹਨਾਂ ਦੀ ਅਸਲੀਅਤ ਨਹੀਂ ਦਿਖਾਉਂਦਾ। ਤੇ ਇਸ ਤਰ੍ਹਾਂ ਦੇ ਪ੍ਰਗਟਾਵੇ ਦੇ ਪਿੱਛੇ ਜਿਹੜੀਆਂ ਲੋਪ ਕੀਤੀਆਂ ਗਈਆਂ ਭਾਵਨਾਵਾਂ ਨੇ ਉਹ ਮੌਜੂਦ ਹੁੰਦੀਆਂ ਨੇ। ਉਹ ਫਰਾਇਡ ਅੱਗੇ ਫਿਰ ਇਸ ਗੱਲ ਨੂੰ ਸਮਝਾਉਣ ਵਾਸਤੇ ਜਿਹੜਾ ਸੁਪਨਿਆਂ ਦਾ ਵਰਗੀਕਰਨ ਹੈ ਉਸ ਵੱਲ ਜਾਂਦਾ ਕਿ ਜਿਹੜੇ ਸੁਪਨੇ ਨੇ ਉਹ ਵੀ ਦੋ ਕਿਸਮ ਦੇ ਸੁਪਨੇ ਹੁੰਦੇ ਨੇ, ਇੱਕ ਲੇਟੈਂਟ ਸੁਪਨੇ ਜਾਂ ਲੁਪਤ ਸੁਪਨੇ, ਅਤੇ ਜਿਹੜੇ ਦੂਸਰੇ ਹੁੰਦੇ ਨੇ ਉਹ ਪ੍ਰਗਟ ਸੁਪਨੇ ਜਿਹੜੇ ਹੈਗੇ ਨੇ, ਪ੍ਰਤੱਖ ਰੂਪ ਦੇ ਵਿੱਚ ਜਿਹੜੇ ਸੁਪਨੇ ਨੇ ਉਹਨਾਂ ਨੂੰ ਲੈਂਦਾ। ਉਹ ਕਹਿੰਦਾ ਅਵਿਅਕਤ ਜਾਂ ਲੁਪਤ ਸੁਪਨਾ ਸਿਰਫ ਸਾਡੀ ਮਨੋਕਲਪਨਾ ਦੇ ਵਿੱਚ ਹੀ ਸੋਚਿਆ ਜਾ ਸਕਦਾ, ਇਸ ਨੂੰ ਦੇਖਿਆ ਨਹੀਂ ਜਾ ਸਕਦਾ। ਬਹੁਤ ਸਾਰੇ ਅਜਿਹੇ ਸੁਪਨੇ ਨੇ ਜਿਨ੍ਹਾਂ ਸੁਪਨਿਆਂ ਦੇ ਪਿੱਛੇ ਕੋਈ ਸਟਰਕਚਰ ਪਈ ਹੁੰਦੀ ਆ, ਉਸ ਨੂੰ ਅਸੀਂ ਸੁਪਨੇ ਵਿੱਚ ਮਹਿਸੂਸ ਨਹੀਂ ਕਰ ਸਕਦੇ। ਉਸ ਨੂੰ ਸਿਰਫ ਜਿਹੜਾ ਮਨੋਵਿਸ਼ਲੇਸ਼ਕ ਹੈ ਉਸ ਸੁਪਨੇ ਦੇ ਪਿੱਛੇ ਛੁਪੀ ਹੋਈ ਹਕੀਕਤ ਨੂੰ ਸਮਝ ਸਕਦਾ ਹੁੰਦਾ। ਉਹ ਤਾਂ ਲੇਟੈਂਟ ਹਿੱਸਾ ਹੈ। ਇਹ ਜਿਹੜਾ ਲੇਟੈਂਟ ਆ ਉਹ ਨਹੀਂ ਨਜ਼ਰ ਆਉਂਦਾ, ਜਿਹੜਾ ਦਿਖਦਾ ਹੈਗਾ ਉਸ ਦੇ ਪਿੱਛੇ ਇਹਦਾ ਮਤਲਬ ਕੋਈ ਹੋਰ ਚੀਜ਼ ਲੁਕੀ ਹੋਈ ਹੁੰਦੀ ਆ। ਜਿਹੜਾ ਪ੍ਰਤੱਖ ਸੁਪਨਾ ਉਹ ਛੁਪਵੇਂ ਸੁਪਨੇ ਨੂੰ ਪ੍ਰਗਟ ਕਰਦਾ। ਇਹਦਾ ਮਤਲਬ ਕੀ ਹੈ ਕਿ ਸੁਪਨੇ ਵਿੱਚ ਜੋ ਆ ਰਿਹਾ ਹੁੰਦਾ ਉਹਦੇ ਪਿੱਛੇ ਸੁਪਨੇ ਹੋਰ ਹੁੰਦੇ ਨੇ, ਖਾਹਿਸ਼ਾਂ ਹੋਰ ਹੁੰਦੀਆਂ ਨੇ। ਸੁਪਨੇ ਦੇ ਪ੍ਰਗਟ ਪੱਧਰ ਦੇ ਉੱਪਰ ਜਿਹੜਾ ਕੁਝ ਹੋ ਰਿਹਾ ਹੁੰਦਾ ਉਹ ਜਿਹੜਾ ਛੁਪਿਆ ਹੋਇਆ ਸੁਪਨਾ ਉਸ ਦਾ ਪ੍ਰਗਟਾਵਾ ਹੁੰਦਾ, ਜਿਸ ਨੂੰ ਅਸੀਂ ਅਨੁਭਵ ਕਰਦੇ ਜਾਂ ਦੇਖਦੇ ਹਾਂ। ਇਸ ਤਰ੍ਹਾਂ ਲੇਖਕ ਵੀ ਜਿਹੜਾ ਆਪਣੀਆਂ ਅੰਤਰੀਵ ਤਰਕਹੀਣ ਕਾਮਨਾਵਾਂ ਨੂੰ ਬਹੁਤ ਤਰਕਯੁਕਤ ਬਣਤਰਾਂ ਦੇ ਰਾਹੀਂ ਪੇਸ਼ ਕਰਦਾ। ਇੱਕ ਸਟੋਰੀ ਜਿਸ ਤਰ੍ਹਾਂ ਨਾਲ ਸੁਪਨੇ ਵਿੱਚ ਇੱਕ ਸਟੋਰੀ ਬਣ ਜਾਂਦੀ ਹੈ, ਉਸ ਦੇ ਪਿੱਛੇ ਬਹੁਤ ਤਰਕਹੀਣ ਚੀਜ਼ਾਂ ਹੁੰਦੀਆਂ ਨੇ, ਪਰ ਉਹ ਇੱਕ ਸਟੋਰੀ ਇੱਕ ਤਰ੍ਹਾਂ ਦਾ ਬਿਰਤਾਂਤ ਦੇ ਰੂਪ ਦੇ ਵਿੱਚ, ਭਾਵੇਂ ਉਹ ਕਿੰਨਾ ਵੀ ਬਿਖਰਿਆ ਹੋਇਆ ਬਿਰਤਾਂਤ ਕਿਉਂ ਨਾ ਹੋਵੇ, ਉਹ ਸਾਡੇ ਸਾਹਮਣੇ ਆਉਂਦਾ। ਤਾਂ ਇਸ ਤਰ੍ਹਾਂ ਨਾਲ ਸਾਹਿਤਕ ਰਚਨਾ ਦੇ ਪ੍ਰਗਟ ਪੱਧਰ ਦੇ ਉੱਪਰ ਜਿਹੜੀਆਂ ਖਾਹਿਸ਼ਾਂ ਚੱਲ ਰਹੀਆਂ ਹੁੰਦੀਆਂ ਨੇ ਉਹਦਾ ਇੱਕ ਆਪਣਾ ਲੇਟੈਂਟ ਪੱਧਰ ਹੁੰਦਾ, ਜਿਸ ਨੂੰ ਹੋ ਸਕਦਾ ਕਈ ਵਾਰ ਲੇਖਕ ਖੁਦ ਵੀ ਉਸ ਨੂੰ ਨਾ ਜਾਣਦਾ ਹੋਵੇ, ਸੁਚੇਤ ਨਾ ਹੋਵੇ, ਪਰ ਜਿਹੜਾ ਮਨੋਵਿਸ਼ਲੇਸ਼ਕ ਹੈ, ਜਿਹੜਾ ਮਨੋਵਿਗਿਆਨੀ ਹੈ, ਉਹ ਕਿਸੇ ਲੇਖਕ ਦੀ ਰਚਨਾ ਦਾ ਵਿਸ਼ਲੇਸ਼ਣ ਕਰਕੇ ਉਸ ਲੇਟੈਂਟ ਤੱਕ ਅੱਪੜ ਸਕਦਾ ਹੁੰਦਾ। ਲੇਟੈਂਟ ਪ੍ਰਗਟ ਨਹੀਂ ਹੁੰਦਾ, ਪ੍ਰਗਟ ਦੇ ਪਿੱਛੇ ਲੇਟੈਂਟ ਛੁਪਿਆ ਹੋਇਆ ਹੁੰਦਾ। ਅਗਲਾ ਹੈਗਾ ਸਬਸਟੀਟਿਊਸ਼ਨ, ਜਾਂ ਜਿਸ ਨੂੰ ਮੈਂ ਪੰਜਾਬੀ ਦੇ ਵਿੱਚ ਅਦਲਾ ਬਦਲੀ ਕਿਹਾ। ਤਾਂ ਅਦਲਾ ਬਦਲੀ ਦਾ ਨੇਮ ਇਹ ਹੈਗਾ ਵਾਸਨਾਮਈ ਤੇ ਸਮਾਜਿਕ ਤੌਰ ਤੇ ਜਿਹੜੀਆਂ ਗੈਰ ਪ੍ਰਵਾਨਿਤ ਖਾਹਿਸ਼ਾਂ ਨੇ ਇਹਨਾਂ ਦੀ ਅਦਲਾ ਬਦਲੀ ਕੀਤੀ ਜਾਂਦੀ ਹੈ ਗੈਰ ਵਾਸਨਾਮਈ ਖਿਆਲਾਂ ਤੇ ਖਾਹਿਸ਼ਾਂ ਦੇ ਨਾਲ। ਭਾਵ ਅਸੀਂ ਚਾਹੁੰਦੇ ਕੁਝ ਹੋਰ ਹੁੰਦੇ ਆ ਪਰ ਕਹਿ ਕੁਝ ਹੋਰ ਰਹੇ ਹੁੰਦੇ ਆ। ਜਿਹੜਾ ਪ੍ਰਵਾਨਿਤ ਹੁੰਦਾ ਉਹ ਕਿਹਾ ਜਾ ਸਕਦਾ ਹੁੰਦਾ। ਜਿਵੇਂ ਮੇਰੇ ਖਿਆਲ ਗੁਰਦੇਵ ਰੁਪਾਣਾ ਦੀ ਕਹਾਣੀ ਹੈ ਰੋਟੀ, ਜਿਸ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈ ਜਿਸ ਦੀ ਪਤਨੀ ਮਰ ਚੁੱਕੀ ਹੈ ਤੇ ਉਹ ਕਹਿੰਦਾ ਮੈਨੂੰ ਤੁਸੀਂ ਰੋਟੀ ਚੱਜ ਨਾਲ ਨਹੀਂ ਦਿੰਦੇ। ਤੇ ਫਿਰ ਇੱਕ ਦਿਨ ਅਚਾਨਕ ਪਤਾ ਲੱਗਦਾ ਕਿ ਉਹਦੇ ਨੇੜੇ ਕੋਈ ਔਰਤ ਆ ਰਹੀ ਹੈ ਤੇ ਉਹ ਔਰਤ ਨੂੰ ਮਿਲਣਾ ਸ਼ੁਰੂ ਕਰ ਰਿਹਾ ਤੇ ਉਸ ਦੀ ਜਿਹੜੀ ਉਹ ਪ੍ਰਗਟ ਪੱਧਰ ਦੇ ਉੱਪਰ ਰੋਟੀ ਦੀ ਮੰਗ ਹੀ ਕਰਦਾ, ਪਰ ਉਸ ਦੀ ਮੰਗ ਕਿ ਸਿਰਫ ਰੋਟੀ ਦੀ ਨਹੀਂ ਹੈਗੀ। ਤਾਂ ਇਸ ਤਰ੍ਹਾਂ ਨਾਲ ਜਿਹੜੀਆਂ ਪ੍ਰਗਟਾਵੇ ਦੇ ਪੱਧਰ ਦੇ ਉੱਪਰ ਜਿਹੜੀਆਂ ਗੈਰ ਪ੍ਰਵਾਨਿਤ ਜਾਂ ਵਾਸਨਾਮਈ ਇੱਛਾਵਾਂ ਹੁੰਦੀਆਂ ਨੇ ਉਹਨਾਂ ਦੀ ਅਦਲਾ ਬਦਲੀ ਸਬਸਟੀਟਿਊਸ਼ਨ ਕੀਤੀ ਜਾਂਦੀ ਹੈ ਸਮਾਜਿਕ ਤੌਰ ਤੇ ਜਿਹੜੀਆਂ ਸਵੀਕਾਰੀਆਂ ਜਾਂਦੀਆਂ ਖਾਹਿਸ਼ਾਂ ਨੇ ਉਹਨਾਂ ਦੇ ਰੂਪ ਦੇ ਵਿੱਚ। ਚਿੰਨ੍ਹਾਤਮਕ ਪੱਧਰ ਦੇ ਉੱਪਰ ਜਿਹੜਾ ਅਗਲੀਆਂ ਗੱਲਾਂ ਫਰਾਇਡ ਕਹਿੰਦਾ ਕਿ ਚਿੰਨ੍ਹਾਤਮਕ ਪੱਧਰ ਤੇ ਜਿਹੜਾ ਲੇਖਕ ਹੈ ਉਹ ਯੋਨੀ ਨੂੰ ਚਿੰਨ੍ਹਿਤ ਕਰਨ ਲਈ ਛੱਪੜ, ਗੁਫਾ, ਅੰਗੂਠੀ ਤੇ ਹੋਰ ਗੁਲਾਈਦਾਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਵਰਤੋਂ ਕਰਦਾ। ਤੇ ਜਿਹੜਾ ਮਰਦਾਵਾਂ ਲਿੰਗ ਹੈ ਉਸ ਨੂੰ ਪ੍ਰਗਟ ਕਰਨ ਵਾਸਤੇ ਪਹਾੜੀ, ਸੋਟੀ, ਰੁੱਖ, ਉਂਗਲ ਤੇ ਖੜੇ ਦਾਅ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਉੱਭਰਵੀਆਂ ਉੱਠਵੀਆਂ ਚੀਜ਼ਾਂ ਨੇ, ਜਿਸ ਨੂੰ ਉਹ ਵਰਟੀਕਲ ਚੀਜ਼ਾਂ ਕਹਿੰਦਾ, ਉਹਨਾਂ ਦੀ ਵਰਤੋਂ ਲੇਖਕ ਉਦੋਂ ਕਰਦਾ ਜਦੋਂ ਉਹ ਜਿਹੜੀਆਂ ਮਰਦਾਵੇਂ ਲਿੰਗ ਨੂੰ ਪ੍ਰਗਟ ਕਰਨ ਵਾਲੀਆਂ ਚੀਜ਼ਾਂ ਜਾਂ ਕਹੀਏ ਕਿ ਮਰਦਾਵੇਂ ਲਿੰਗ ਨੂੰ ਪ੍ਰਗਟ ਕਰਨਾ ਚਾਹੁੰਦਾ ਹੁੰਦਾ। ਉਹ ਕਹਿੰਦਾ ਕਿ ਇਸ ਤਰ੍ਹਾਂ ਨਾਲ ਸਾਹਿਤਕ ਰਚਨਾ ਨੂੰ ਪੜ੍ਹਦੇ ਸਮੇਂ ਜਿਹੜਾ ਪਾਠਕ ਹੈ ਉਹ ਆਪਣੇ ਆਪ ਨੂੰ ਲੇਖਕ ਨਾਲ ਇਕਮਿਕ ਕਰ ਲੈਂਦਾ ਤੇ ਉਸ ਆਨੰਦ ਦੀ ਪ੍ਰਾਪਤੀ ਕਰਦਾ ਸੁਹਜਾਤਮਕ ਰੂਪ ਦੇ ਵਿੱਚ, ਜਿਸ ਆਨੰਦ ਦੇ ਵਿੱਚੋਂ ਲੇਖਕ ਵੀ ਗੁਜ਼ਰਿਆ ਹੁੰਦਾ। ਜਿਹੜੀ ਚੌਥੀ ਚੀਜ਼ ਹੈਗੀ ਆ ਉਹ ਪ੍ਰਤੀਕਮਈ ਤੇ ਰੂਪਾਤਮਕ ਜਾਂ ਬਿੰਬਾਤਮਕ ਪ੍ਰਗਟਾਵਾ ਹੈ। ਫਰਾਇਡ ਦੱਸਦਾ ਕਿ ਕਵੀ ਆਪਣੀਆਂ ਜਿਹੜੀਆਂ ਅਧੂਰੀਆਂ ਇੱਛਾਵਾਂ ਨੇ ਉਹਨਾਂ ਨੂੰ ਪ੍ਰਗਟ ਕਰਨ ਵੇਲੇ ਖਾਸੇ ਜ਼ਾਬਤੇ ਤੋਂ ਕੰਮ ਲੈਂਦਾ।
ਪਰ ਵਿਸ਼ਲੇਸ਼ਣ ਰਾਹੀਂ ਅਸੀਂ ਅਸਲੀ ਅਰਥਾਂ ਤੱਕ ਪਹੁੰਚ ਸਕਦੇ ਹੁੰਦੇ ਹਾਂ ਤੇ ਅਸੀਂ ਗ੍ਰਹਿਣ ਕਰ ਸਕਦੇ ਹੁੰਦੇ ਹਾਂ। ਉਹ ਕਹਿੰਦਾ ਕਿ ਸਾਹਿਤ ਦੀ ਅਜਿਹੀ ਪੜ੍ਹਤ ਰੂਪਾਤਮਕ ਹੁੰਦੀ ਹੈ, ਮੈਟਾਫੋਰਿਕਲ ਹੁੰਦੀ ਹੈ, ਕਿਉਂਕਿ ਸਾਹਿਤ ਦੀ ਭਾਸ਼ਾ ਜਿਹੜੀ ਹੈਗੀ ਆ ਉਹ ਮੈਟਾਫਰਜ਼ ਦੀ ਬਣੀ ਹੁੰਦੀ ਹੈ ਤੇ ਲੇਖਕ ਆਪਣੀਆਂ ਖਾਹਿਸ਼ਾਂ ਨੂੰ, ਆਪਣੀਆਂ ਅਪੂਰੀਆਂ ਇੱਛਾਵਾਂ ਨੂੰ ਮੈਟਾਫਰਜ਼ ਦੇ ਪਿੱਛੇ ਲੁਕੋ ਦਿੰਦਾ। ਦਿਨ ਦੀ ਵੀ ਸੁਪਨੇ ਵੇਖਣਾ ਤੇ ਸਿਰਜਾਤਮਕ ਲਿਖਣੀ ਦੋਵਾਂ ਦੀ ਜਿਹੜੀ ਮਾਨਸਿਕ ਸਮੱਗਰੀ ਹੈ ਕਿਸੇ ਅਜਿਹੀ ਚੀਜ਼ ਦੇ ਵਿੱਚ ਬਦਲ ਦਿੱਤੀ ਜਾਂਦੀ ਹੈ ਜਿਹੜੀ ਚੀਜ਼ ਬਹੁਤ ਹੀ ਰਚਨਾਤਮਕ ਬਣ ਜਾਂਦੀ ਹੈ ਤੇ ਦਿਲਚਸਪ ਬਣ ਜਾਂਦੀ ਹੈ। ਮੈਂ ਦੁਬਾਰਾ ਇਸ ਗੱਲ ਨੂੰ ਕਹਿਣਾ ਕਿ ਦਿਨ ਦੀ ਵੀ ਸੁਪਨੇ ਦੇਖਣਾ ਤੇ ਸਿਰਜਣਾਤਮਕ ਲਿਖਣੀ ਦੋਵੇਂ ਕੀ ਕਰਦੇ ਨੇ ਕਿ ਉਹ ਮਾਨਸਿਕ ਸਮੱਗਰੀ ਨੂੰ, ਜਿਹੜਾ ਸਾਡਾ ਮੈਂਟਲ ਮਟੀਰੀਅਲ ਹੈ, ਸਾਈਕੋਲੋਜੀਕਲ ਮਟੀਰੀਅਲ ਹੈ, ਉਹ ਇਸ ਤਰ੍ਹਾਂ ਦੀ ਚੀਜ਼ ਦੇ ਵਿੱਚ ਰੂਪਾਂਤਰਿਤ ਕਰ ਦਿੰਦੇ ਨੇ ਜਿਹੜੀ ਚੀਜ਼ ਕ੍ਰੀਏਟਿਵ ਹੁੰਦੀ ਹੈ ਤੇ ਇੰਟਰਸਟਿੰਗ ਹੁੰਦੀ ਹੈ, ਦਿਲਚਸਪੀ ਦਾ ਬਾਇਸ ਬਣ ਜਾਂਦੀ ਹੈ। ਤਾਂ ਇਹ ਚੀਜ਼ ਇਸ ਗੱਲ ਕਰਕੇ ਜਿਹੜੀਆਂ ਉਸ ਦੀਆਂ ਉਹ ਖਾਹਿਸ਼ਾਂ, ਜਿਨ੍ਹਾਂ ਖਾਹਿਸ਼ਾਂ ਨੂੰ ਜਾਣ ਕੇ ਕੋਈ ਬੰਦਾ ਵਿਅਕਤੀ ਨੂੰ ਦੁਰਕਾਰੂਗਾ, ਉਹਨਾਂ ਖਾਹਿਸ਼ਾਂ ਨੂੰ ਉਹ ਮੈਟਾਫੋਰਿਕਲ ਰੂਪ ਦੇ ਵਿੱਚ ਪੇਸ਼ ਕਰਨ ਕਰਕੇ, ਸੁਹਜਾਤਮਕ ਰੂਪ ਦੇ ਵਿੱਚ ਪੇਸ਼ ਕਰਨ ਕਰਕੇ ਉਹ ਸਾਡੀ ਦਿਲਚਸਪੀ ਦਾ ਕਾਰਨ ਬਣ ਜਾਂਦੀ ਹੈ ਤੇ ਸਾਡੀਆਂ ਭਾਵਨਾਵਾਂ ਉਹਦੇ ਨਾਲ ਟੁੰਬੀਆਂ ਜਾਂਦੀਆਂ ਨੇ, ਕਿਉਂਕਿ ਉਸਨੂੰ ਪੜ੍ਹਦਿਆਂ ਹੋਇਆਂ ਅਸੀਂ ਖੁਦ ਵੀ ਆਪ ਅਪੂਰਨ ਕਾਮਨਾਵਾਂ ਦਾ ਸ਼ਿਕਾਰ ਹੋਣ ਕਰਕੇ ਪਾਤਰਾਂ ਦੇ ਨਾਲ ਇੱਕਮਿਕ ਕਰ ਲੈਂਦੇ ਹਾਂ ਤੇ ਲੇਖਕ ਦੇ ਨਾਲ ਅਸੀਂ ਆਇਡੈਂਟੀਫਾਈ ਕਰ ਜਾਂਦੇ ਹਾਂ, ਉਹਦਾ ਇੱਕਮਿਕ ਕਰ ਦਿੰਦੇ ਹਾਂ ਤੇ ਜਿਹੜੀ ਚੀਜ਼ ਲੁਕਾਉਣ ਵਾਲੀ ਹੁੰਦੀ ਹੈ ਉਸ ਦਾ ਪ੍ਰਗਟਾਵਾ ਸਾਨੂੰ ਆਨੰਦ ਦੇਣ ਲੱਗ ਪੈਂਦਾ। ਤੇ ਇਸੇ ਕਰਕੇ ਕਿਉਂਕਿ ਅਸੀਂ ਖੁਦ ਵੀ ਉਸੇ ਕਿਸਮ ਦੇ ਜੀਵਨ ਦੇ ਵਿੱਚ ਜਿਉ ਰਹੇ ਹੁੰਦੇ ਹਾਂ, ਸਾਡੀਆਂ ਉਹੋ ਜਿਹੀਆਂ ਭਾਵਨਾਵਾਂ ਟੁੰਬੀਆਂ ਜਾਂਦੀਆਂ ਨੇ ਜਿਹੜੀਆਂ ਦਮਿਤ ਹੋਈਆਂ ਹੁੰਦੀਆਂ ਨੇ ਤੇ ਅਸੀਂ ਉਹ ਆਨੰਦ ਪੜ੍ਹਨ ਸਮੇਂ ਲੈ ਰਹੇ ਹੁੰਦੇ ਹਾਂ ਜਿਸ ਤਰ੍ਹਾਂ ਦਾ ਆਨੰਦ ਲੇਖਕ ਲਿਖਣ ਸਮੇਂ ਲੈ ਰਿਹਾ ਹੁੰਦਾ। ਦੋਹਾਂ ਦੇ ਅੰਦਰੂਨੀ ਧਰਾਤਲ ਦੇ ਉੱਪਰ ਕੁਝ ਹੋਰ ਵਾਪਰ ਰਿਹਾ ਹੁੰਦਾ ਤੇ ਪ੍ਰਗਟ ਪੱਧਰ ਦੇ ਉੱਪਰ ਉਹ ਸੁਹਜਾਤਮਕ ਆਨੰਦ ਦੀ ਪ੍ਰਾਪਤੀ ਹੋ ਰਹੀ ਹੁੰਦੀ ਹੈ। ਇਸ ਤਰੀਕੇ ਨਾਲ ਜਿਹੜਾ ਲੇਖਕ ਆ ਆਪਣੀ ਰਚਨਾ ਦੇ ਰਾਹੀਂ ਉਹ ਭਾਵਨਾਵਾਂ ਨੂੰ ਉਠਾਉਣ ਦੇ ਵਿੱਚ, ਉਹਨਾਂ ਨੂੰ ਟੁੰਬਣ ਦੇ ਵਿੱਚ ਕਾਮਯਾਬ ਹੁੰਦਾ। ਆਖਰੀ ਗੱਲ ਇਹ ਕਿ ਲੇਖਕ ਅੰਦਰ ਆਪਣੇ ਆਨੰਦਮਈ ਅਤੀਤ ਦੇ ਪ੍ਰਤੀ ਇੱਕ ਹੇਰਵਾ ਹੁੰਦਾ ਤੇ ਉਹ ਇਹੀ ਰੁਮਾਨੀ ਹੇਰਵਾ ਰਚਨਾਤਮਕਤਾ ਦੇ ਲਈ ਅਥਾਹ ਊਰਜਾ ਪੈਦਾ ਕਰਦਾ। ਜਿਹੜਾ ਤੁਹਾਡਾ ਪਾਸਟ ਹੈ, ਖਾਸ ਕਰਕੇ ਬਚਪਨ ਦਾ ਸਮਾਂ, ਜਿਸ ਦੇ ਬਾਰੇ ਅਸੀਂ ਗੀਤਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੇਰਵਾ ਦੇਖਦੇ ਹਾਂ, ਉਹ ਕਾਗਜ਼ ਕੀ ਕਿਸ਼ਤੀ, ਉਹ ਬਾਰਿਸ਼ ਕਾ ਪਾਣੀ, ਉਹ ਦੁਬਾਰਾ ਤੋਂ ਲੈ ਕੇ ਆਉਣ ਦੀਆਂ ਗੱਲਾਂ, ਜਾਂ ਉਸ ਯੁੱਗ ਦੇ ਵਿੱਚ ਦੁਬਾਰਾ ਅਸੀਂ ਸਾਰੇ ਹੀ ਆਪਣੇ ਅਤੀਤ ਵਿੱਚ, ਆਪਣੇ ਬਚਪਨ ਦੇ ਵਿੱਚ ਜਾਣਾ ਚਾਹੁੰਦੇ ਹੁੰਦੇ ਹਾਂ ਤੇ ਉਸ ਨੂੰ ਬਹੁਤ ਰੋਮਾਨੀ ਤਰੀਕੇ ਨਾਲ ਯਾਦ ਕਰਦੇ ਹਾਂ। ਤਾਂ ਉਸ ਵਿੱਚ ਜਿਹੜਾ ਫਰਾਇਡ ਦਾ ਸੁਜੈਸ਼ਨ ਹੈ ਕਿ ਅਸਲ ਦੇ ਵਿੱਚ ਇਹ ਰੋਮਾਨੀਅਤ ਦਾ ਕਾਰਨ ਇਹ ਹੈ ਕਿ ਉਸ ਸਮੇਂ ਬਚਪਨ ਦੀਆਂ ਖੇਡਾਂ ਦੇ ਸਮੇਂ ਤੇ ਮਾਂ ਦੇ ਨਾਲ ਇੱਕਮਿਕਤਾ ਦੇ ਸਮੇਂ ਬੱਚੇ ਨੂੰ ਕੁਝ ਵੀ ਕਰਦਿਆਂ ਹੋਇਆਂ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ। ਉਸ ਕਿਸਮ ਦੀ ਇੱਕਮਿਕਤਾ ਦੇ ਵਿੱਚ ਅਸੀਂ ਦੁਬਾਰਾ ਜਾਣਾ ਚਾਹੁੰਦੇ ਹੁੰਦੇ ਹਾਂ ਤੇ ਜਿਹੜੀ ਇਸ ਇੱਕਮਿਕਤਾ ਦੀ ਯਾਦ ਹੈਗੀ ਆ, ਇਹ ਜਿਹੜਾ ਹੇਰਵਾ ਹੈਗਾ, ਇਹ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਊਰਜਾ ਪੈਦਾ ਕਰਦਾ ਜਿਸ ਨਾਲ ਅਸੀਂ ਲੇਖਕ ਰਚਨਾ ਦੇ ਪੱਖ ਵਾਸਤੇ ਤੁਰਦਾ। ਇਸ ਪੱਖੋਂ ਬੱਚਿਆਂ ਤੇ ਲੇਖਕਾਂ ਦੇ ਵਿੱਚ ਕਾਫੀ ਸਮਾਨਤਾ ਹੁੰਦੀ ਹੈ। ਦੋਵੇਂ ਆਪਣੀ ਭਾਵਨਾ ਤੇ ਕਲਪਨਾ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਆਪਣੀ ਖੇਡ ਦੇ ਵਿੱਚ ਵਰਤਦੇ ਨੇ। ਜਦੋਂ ਬੱਚਾ ਖੇਡ ਰਿਹਾ ਹੁੰਦਾ, ਪੂਰੀ ਇਕਜੁੱਟਤਾ ਦੇ ਨਾਲ, ਇੱਕਮਿਕਤਾ ਦੇ ਨਾਲ, ਇੱਕ ਸੁਰਤਾ ਦੇ ਆਪਣੀ ਖੇਡ ਦੇ ਵਿੱਚ ਲੱਗਿਆ ਹੋਇਆ ਹੁੰਦਾ। ਲਗਭਗ ਉਸ ਕਿਸਮ ਦੀ ਇੱਕ ਸੁਰਤਾ, ਉਸੇ ਕਿਸਮ ਦੀ ਇਸ ਕੰਸਨਟ੍ਰੇਸ਼ਨ, ਜਿਸ ਨੂੰ ਜਿਹੜਾ ਅੰਗਰੇਜ਼ੀ 'ਚ ਅਨੁਵਾਦ ਹੈ ਉਹਦੇ ਵਿੱਚ ਸੀਰੀਅਸਨੈਸ ਸ਼ਬਦ ਵਰਤਿਆ ਕਿ ਬੱਚਾ ਆਪਣੀ ਖੇਡ ਦੇ ਪ੍ਰਤੀ ਬਹੁਤ ਸੀਰੀਅਸ ਹੁੰਦਾ। ਇਹਦਾ ਮਤਲਬ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਉਹਦੇ ਵਿੱਚ ਖੁੱਭਿਆ ਹੋਇਆ ਹੁੰਦਾ ਆਪਣੀ ਖੇਡ ਦੇ ਵਿੱਚ। ਲੇਖਕ ਵੀ ਜਦੋਂ ਰਚਨਾ ਕਰਦਾ, ਉਹ ਆਪਣੀ ਰਚਨਾ ਦੇ ਵਿੱਚ ਇਸੇ ਤਰੀਕੇ ਨਾਲ ਬੱਚੇ ਦੀ ਨਿਆਈ ਖੁੱਭਿਆ ਹੋਇਆ ਹੁੰਦਾ ਤੇ ਉਸ ਨੂੰ ਉਹ ਪੂਰਾ ਇੱਕ ਆਕਾਰ ਦੇਣ ਦੇ ਯਤਨ ਦੇ ਵਿੱਚ ਹੁੰਦਾ, ਜਿਸ ਆਕਾਰ ਨੇ ਇੱਕ ਸਾਹਿਤਕ ਰਚਨਾ ਦੇ ਰੂਪ ਦੇ ਵਿੱਚ ਸਾਹਮਣੇ ਆਉਣਾ ਹੁੰਦਾ। ਇਹ ਫਰਾਇਡ ਦੇ ਲੇਖ ਬਾਰੇ ਕੁਝ ਇੱਕ ਗੱਲਾਂ ਨੇ। ਮੁੱਖ ਤੌਰ 'ਤੇ ਇਹਦੇ ਵਿੱਚ ਫਰਾਇਡ ਦੀਆਂ ਧਾਰਨਾਵਾਂ ਨੂੰ ਹੀ ਦੱਸਿਆ ਗਿਆ। ਇੱਕ ਦੋ ਗੱਲਾਂ ਆਲੋਚਨਾਤਮਕ ਰੂਪ ਦੇ ਵਿੱਚ ਵੀ ਕੀਤੀਆਂ ਗਈਆਂ ਨੇ, ਪਰ ਇਸ ਲੇਖ ਨੂੰ ਇੰਨ ਬਿੰਨ ਇਸੇ ਤਰ੍ਹਾਂ ਨਾਲ ਸਵੀਕਾਰ ਕਰਨ ਦੀ ਬਜਾਏ ਇਸ ਨਾਲ ਆਲੋਚਨਾਤਮਕ ਸੰਵਾਦ ਰਚਾਉਣ ਦੀ ਜ਼ਰੂਰਤ ਹੈ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।